ਜਜਨ ਭਜਨ ਮਮ ਖਾਲਸਾ। ਖਾਲਸਾ ਪੂਜਬੇ ਜੋਗ, ਦਾਸ ਗੋਬਿੰਦ ਫਤਿਹ ਖਾਲਸਾ। ਦਰਸ ਪਰਸ ਮਿਟੈ ਸੋਗ, ਛਾਏ ਜਾਤੀ ਏਕਤਾ ਅਨੇਕਤਾ ਬੁਲਾਏ ਜਾਤੀ। ਹੋਵਤੀ ਕੁਚਿਲਤਾ ਕਿਤਾਬਨ ਕੁਰਾਨ ਕੀ, ਪਾਪ ਹੀ ਪਰਪਕ ਜਾਤੇ ਧਰਮ ਕੁਸਕ ਜਾਤੇ। ਬਾਰਨ ਅੰਗ ਰਖ ਜਾਤੇ ਸਹਿਤ ਵਿਧਾਨ ਕੀ। ਦੇਵੀ ਦੇਵ ਦੇਹੁ ਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮੇਟ ਜਾਤੀ ਕਥਾ ਬੇਦਨ ਪੁਰਾਨ ਕੀ। ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਜੁਝਾਰ ਸਿੰਘ ਵੱਡ ਜ਼ੋਰਾਵਰ ਕਰ ਕਰ ਜ਼ੋਰ ਦਿਖਾਇਓ, ਮਾਰ ਹਜ਼ਾਰੋਂ ਰਿਪ ਗਨ ਕੋ ਪੁਨ ਜੰਗ ਬੀਚ ਲੁਪਤਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ ਭਗਤ ਵਛਲ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀ। ਐਸੇ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਹੋ ਰਹੀ ਗੁਰੂ ਕੀ ਸੰਗਤ, ਆਪਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੋ ਇਤਿਹਾਸ ਹੈ, ਲੜੀਵਾਰ ਕਥਾ ਦੇ ਅੰਦਰ ਸਰਵਣ ਕਰ ਰਹੇ ਹਾਂ। ਚਮਕੌਰ ਦੀ ਗੜੀ ਦਾ ਜੰਗ, ਮਹਾਰਾਜ ਜੀ ਦਾ ਖਾਲਸਾ ਮੁਗਲਾਂ ਦੀ ਵੱਡੀ ਫੌਜ ਦੇ ਨਾਲ ਲੜਦਾ ਪਿਆ ਹੈ। ਇਸ ਜੰਗ ਦੇ ਵਿੱਚ ਮਹਾਰਾਜ ਜੀਆਂ ਦੇ ਜਾਨ ਤੋਂ ਪਿਆਰੇ ਸਿੰਘ ਸ਼ਹਾਦਤ ਪ੍ਰਾਪਤ ਕਰ ਰਹੇ। ਮਹਾਰਾਜ ਸਾਹਿਬ ਜੀਆਂ ਦੇ ਵੱਡੇ ਸਪੁੱਤਰ ਧੰਨ ਬਾਬਾ ਅਜੀਤ ਸਿੰਘ ਵੀ ਆਗਿਆ ਲੈ ਕੇ ਜੰਗ ਮੈਦਾਨ ਵਿੱਚ ਗਏ, ਸ਼ਹਾਦਤ ਪ੍ਰਾਪਤ ਕੀਤੀ ਹੈ। ਬਾਅਦ ਵਿੱਚ ਮਹਾਰਾਜ ਜੀਆਂ ਦੇ ਛੋਟੇ ਸਪੁੱਤਰ ਧੰਨ ਬਾਬਾ ਜੁਝਾਰ ਸਿੰਘ ਜੀ, ਉਹਨਾਂ ਨੇ ਆਗਿਆ ਮੰਗੀ ਹੈ, ਪਾਤਸ਼ਾਹ ਹੁਕਮ ਹੋਵੇ ਅਸੀਂ ਵੀ ਰਣ ਤੱਤੇ ਦੇ ਅੰਦਰ ਜਾ ਕੇ ਜੰਗ ਦੀ ਘਾਲ ਨੂੰ ਘਾਲੀਏ, ਸਰੀਰ ਸਫਲਾ ਕਰਕੇ ਸ਼ਹਾਦਤ ਪ੍ਰਾਪਤ ਕਰੀਏ। ਇਹ ਬਚਨ ਕਰਕੇ ਬਾਬਾ ਜੁਝਾਰ ਸਿੰਘ ਜੀ ਮਹਾਰਾਜ ਦਾ ਥਾਪੜਾ ਲੈ ਕੇ, ਆਗਿਆ ਲੈ ਕੇ, ਪੰਜਾਂ ਸਿੰਘਾਂ ਨੂੰ ਨਾਲ ਲੈ ਕੇ ਗੜੀ ਚੋਂ ਬਾਹਰ ਨਿਕਲੇ। ਬੜਾ ਭਿਆਨਕ ਜੰਗ ਵੈਰੀ ਦਲ ਨਾਲ ਕੀਤਾ ਹੈ। ਇਤਿਹਾਸ ਪ੍ਰਸੰਗ ਆਪਾਂ ਪਿੱਛੇ ਸਰਵਣ ਕਰ ਆਏ। ਅੱਗੇ ਜਿਵੇਂ ਕਥਾ ਦੀ ਪ੍ਰਰੰਭਤਾ ਹੋ ਰਹੀ ਹੈ, ਉਹ ਸਰਵਣ ਕਰਾਂਗੇ। ਮਨ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਸਾਹਿਬ ਜੀ। ਜੁਝਾਰ ਸਿੰਘ ਵੱਡ ਜ਼ੋਰਵਾਰ, ਬਾਬਾ ਜੁਝਾਰ ਸਿੰਘ ਜੀ ਜੰਗ ਮੈਦਾਨ ਦੇ ਵਿੱਚ ਬੜੇ ਜ਼ੋਰ ਦੇ ਨਾਲ, ਉਮਰਾਂ 15 ਕੁ ਸਾਲ ਦੀ ਲਿਖੀ ਹੈ ਵਿਦਵਾਨਾਂ ਨੇ, ਇੰਨੀ ਕੁ ਉਮਰਾਂ ਦੇ ਵਿੱਚ ਬੜਾ ਜ਼ੋਰ ਦੇ ਨਾਲ, ਬਲ ਦੇ ਨਾਲ, ਕਿਉਂਕਿ ਬਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਥਾਪੜਾ ਦੇ ਕੇ ਬਖਸ਼ਿਸ਼ ਕੀਤਾ ਹੈ। ਬੜਾ ਭਿਅੰਕਰ ਜੰਗ ਕਰਦੇ ਹਨ। ਕਰ ਕਰ ਜ਼ੋਰ ਦਿਖਾਇਓ। ਉਸ ਵੇਲੇ ਬਹੁਤਾ ਜ਼ੋਰ ਕਰ ਕਰਕੇ, ਬਹੁਤਾ ਬਲ ਕਰਕੇ, ਕਿਉਂਕਿ ਸ਼ਹਾਦਤ ਦਾ ਸਮਾਂ ਹੈ। ਸਿੰਘਾਂ ਨੇ ਜਾਣਿਆ ਕਿ ਹੁਣ ਬਹੁਤਾ ਸਮਾਂ ਸਰੀਰ ਨਹੀਂ ਰਹਿਣਾ ਹੈ, ਸ਼ਹਾਦਤ ਹੋ ਜਾਣੀ ਹੈ। ਜਿੰਨਾ ਚਿਰ ਸ਼ਹੀਦੀ ਨਹੀਂ ਹੁੰਦੀ ਉਹਨਾਂ ਚਿਰ ਵੱਡਾ ਜੰਗ ਕਰੀਏ।
ਇਸ ਤਰ੍ਹਾਂ ਜੰਗ ਕਰਕੇ ਦਿਖਾਉਂਦੇ ਹਨ। ਮਾਰ ਹਜ਼ਾਰੋਂ ਰਿਪ ਗਨ ਕੋ। ਉਸ ਵੇਲੇ ਹਜ਼ਾਰਾਂ ਦੀ ਗਿਣਤੀ ਵਿੱਚ ਵੈਰੀ ਨੂੰ ਬਾਬਾ ਜੁਝਾਰ ਸਿੰਘ ਨੇ ਆਪਣੀ ਤਲਵਾਰ ਦੇ ਨਾਲ ਜਾਂ ਕਹਿ ਲਈਏ ਆਪਣੇ ਤੀਰਾਂ ਦੇ ਨਾਲ ਮਾਰ ਕੇ ਸਦਾ ਦੀ ਨੀਂਦ ਸਵਾ ਦਿੱਤਾ ਹੈ। ਪੁਨ ਜੰਗ ਵੀ ਚੁੱਲੋ ਪਤਾਇਓ। ਉਸ ਵੇਲੇ ਜਦੋਂ ਵੈਰੀ ਦਲ ਨੇ ਵੇਖਿਆ ਵੀ ਬਾਬਾ ਜੁਝਾਰ ਸਿੰਘ ਜੀ ਸਾਡੀ ਬਹੁਤੀ ਵੱਡੀ ਫੌਜ ਦੇ ਉੱਪਰ ਭਾਰੀ ਪੈ ਰਹੇ ਨੇ ਤੇ ਸਾਡੇ ਹਜ਼ਾਰਾਂ ਦੀ ਗਿਣਤੀ ਵਿੱਚ ਸੂਰਮੇ ਇਹਨਾਂ ਨੇ ਮਾਰ ਦਿੱਤੇ, ਉਸ ਵੇਲੇ ਦੂਰੋਂ ਖੜ ਕੇ ਇੱਕੇ ਵਾਰ ਤੀਰ ਚਲਾਏ ਗਏ, ਗੋਲੀਆਂ ਚਲਾਈਆਂ ਗਈਆਂ, ਬਰਛੇ ਜਿਹੜੇ ਦੂਰੋਂ ਚਲਾਵੇਂ ਸੁੱਟੇ ਗਏ। ਉਹ ਸਾਰੇ ਸ਼ਸਤਰ ਬਾਬਾ ਜੁਝਾਰ ਸਿੰਘ ਦੇ ਸਰੀਰ ਵਿੱਚ ਆ ਕੇ ਲੱਗੇ ਤੇ ਮਹਾਰਾਜ ਜੀਆਂ ਦਾ ਛੋਟਾ ਸੁਪੁੱਤਰ ਬਾਬਾ ਜੁਝਾਰ ਸਿੰਘ ਜੀ ਸ਼ਹਾਦਤ ਪ੍ਰਾਪਤ ਕਰ ਗਿਆ। ਵਾਹਿਗੁਰੂ। ਸ਼ਹੀਦੀ ਪਾਉਂਦਿਆਂ ਹੀ ਆਪਣਾ ਸਰੀਰ ਅਲੋਪ ਕਰ ਲਿਆ। ਵੈਰੀ ਦਲ ਦੇ ਹੱਥ ਨਾ ਲੱਗ ਜਾਵੇ, ਸਰੀਰ ਦੀ ਨਰਾਦਰੀ ਕਰਨਗੇ ਦੁਸ਼ਟ ਬੁੱਧੀ ਵਾਲੇ ਲੋਕ। ਇਸ ਤਰ੍ਹਾਂ ਬਾਬਾ ਜੁਝਾਰ ਸਿੰਘ ਦੀ ਸ਼ਹਾਦਤ ਹੋਈ ਹੈ। ਦੇਖ ਰਹੇ ਦੁਸ਼ਮਨ 10 ਦਿਸ਼ ਕੋ। ਉਸ ਵੇਲੇ ਜਿਹੜੇ ਦੁਸ਼ਮਣ ਨੇ ਚਾਰ ਚਫੇਰੇ ਵੇਖਦੇ ਪਏ ਵੀ ਹੁਣੇ ਹੀ ਤੇ ਅਸੀਂ ਆਪਣੇ ਸ਼ਸਤਰਾਂ ਦੇ ਨਾਲ ਸ਼ਹੀਦ ਕੀਤਾ ਮਹਾਰਾਜ ਦੇ ਸੁਪੁੱਤਰ ਨੂੰ, ਪਰ ਸਰੀਰ ਕਿੱਧਰ ਚਲੇ ਗਿਆ ਦਿਸਦਾ ਹੀ ਨਹੀਂ ਪਿਆ। ਜੰਗ ਮੈਦਾਨ ਵਿੱਚ ਸੱਜੇ ਖੱਬੇ ਇੱਧਰ ਉੱਧਰ ਵੇਖਿਆ, ਸਰੀਰ ਦਿਸਿਆ ਨਹੀਂ। ਬਾਬਾ ਜੀ ਨੇ ਆਪਣੇ ਸਰੀਰ ਨੂੰ ਜਾਣ ਬੁੱਝ ਕੇ ਕੁਝ ਸਮੇਂ ਵਾਸਤੇ ਅਲੋਪ ਕੀਤਾ ਹੈ। ਭਇਓ ਅਦ੍ਰਿਸ਼ਟ ਤਦਾਈ। ਉਸ ਵੇਲੇ ਸਰੀਰ ਸਾਰਿਆਂ ਤੋਂ ਅਦ੍ਰਿਸ਼ਟ ਹੋ ਗਿਆ, ਦਿਸਦਾ ਨਹੀਂ ਪਿਆ। ਬੀਬੀ ਹਰਸ਼ਰਨ ਕੌਰ ਜੀ ਆਉਣਗੇ, ਆ ਕੇ ਅਰਦਾਸ ਕਰਨਗੇ, ਸੰਸਕਾਰ ਕਰਨ ਦੀ ਬੇਨਤੀ ਕਰਨਗੇ। ਉਸ ਵੇਲੇ ਸਰੀਰ ਦੇ ਦਰਸ਼ਨ ਪ੍ਰਾਪਤ ਹੋਣਗੇ, ਉਹਨਾਂ ਚਿਰ ਸਰੀਰ ਅਲੋਪ ਰਹੇਗਾ। ਐਸੀ ਉਹ ਜਿਹੜੀ ਹੈ ਇਹ ਸ਼ਹੀਦ ਮਹਾਂਪੁਰਖਾਂ ਨੇ ਕਿਰਪਾ ਕੀਤੀ ਹੈ। ਜੋਗ ਨਮਦਨ ਜਬ ਜੂਝੇ ਰਣ ਮੈਂ। ਇਸ ਤਰੀਕੇ ਦੇ ਨਾਲ ਮਹਾਰਾਜ ਦੇ ਦੋਨੇ ਸੁਪੁੱਤਰ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਦੋਨੇ ਹੀ ਗੁਰਮੁਖੋ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲ ਕੇ ਜੰਗ ਕਰਦਿਆਂ ਹੋਇਆਂ ਇਸ ਜੰਗ ਦੇ ਵਿੱਚ ਸ਼ਹਾਦਤ ਪ੍ਰਾਪਤ ਕਰ ਗਏ ਹਨ। ਸਿੰਘਨ ਅਰਜ ਲਗਾਈ। ਸਿੰਘਾਂ ਨੇ ਵੇਖਿਆ, ਜਿਹੜੇ ਕੁਝ ਕੁ ਸਿੰਘ ਬਚ ਗਏ ਨਾ ਗੜੀ ਦੇ ਅੰਦਰ, ਉਹਨਾਂ ਨੇ ਵੇਖਿਆ ਵੀ ਮਹਾਰਾਜ ਦੇ ਸਾਹਿਬਜ਼ਾਦੇ ਸ਼ਹੀਦ ਹੋ ਗਏ। ਪੰਜਾਂ ਪਿਆਰਿਆਂ ਦੇ ਵਿੱਚੋਂ 3 ਪਿਆਰੇ ਜਿਹੜੇ ਉਹ ਵੀ ਸ਼ਹਾਦਤ ਪ੍ਰਾਪਤ ਕਰ ਗਏ। ਹੋਰ ਵੀ ਕਈ ਸੂਰਮੇ ਜੰਗ ਲੜਨ ਵਾਲੇ ਬਹੁਤੇ ਸਿੰਘ ਸ਼ਹੀਦੀ ਪਾ ਗਏ। ਕੁਝ 8-10 ਹੀ ਸਿੰਘ ਜਿਹੜੇ ਨੇ ਬਾਕੀ ਰਹਿ ਗਏ। ਜਦੋਂ ਇਹਨਾਂ ਸਿੰਘਾਂ ਨੇ ਵੇਖਿਆ ਵੀ ਹੁਣ ਸਿੰਘ ਥੋੜੇ ਰਹਿ ਗਏ ਬਿਲਕੁਲ, ਫਿਰ ਇਹਨਾਂ ਸਾਰੇ ਸਿੰਘਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ ਹੈ। ਮਹਾਰਾਜ ਅਵ ਦੇਖਤ ਕਿਆ ਹੋ। ਕਹਿਣ ਲੱਗੇ ਸਤਿਗੁਰੂ ਹੁਣ ਕੀ ਵੇਖਦੇ ਪਏ ਆ? ਆਪਣੇ ਕੋਲ 40 ਸਿੰਘ ਸਨ, ਉਹ ਵੀ ਭੁੱਖੇ ਤੇ ਉਹ ਜੰਗ ਵਿੱਚ ਸ਼ਹੀਦ ਹੋ ਗਏ। ਮਹਾਰਾਜ 25-30 ਸਿੰਘ ਤੇ ਸ਼ਹਾਦਤ ਪ੍ਰਾਪਤ ਕਰ ਗਏ। ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ। ਪਾਤਸ਼ਾਹ ਹੁਣ ਆਪਾਂ ਨੂੰ ਇਹ ਸਮਾਂ ਵੇਖ ਕੇ ਨਹੀਂ ਗਵਾਉਣਾ ਚਾਹੀਦਾ ਹੈ। ਨਿਕਸੋ ਹੋ ਤਜੋ ਹੋ ਅਖਾਰਾ। ਇਸ ਕਰਕੇ ਛੇਤੀ ਨਾਲ ਸਾਡੀ ਬੇਨਤੀ ਇਹ ਹੈ ਵੀ ਇਹ ਗੜੀ ਛੱਡ ਕੇ ਚਲੇ ਜਾਓ। ਭਾਈ ਦਇਆ ਸਿੰਘ ਸਾਹਿਬ, ਭਾਈ ਧਰਮ ਸਿੰਘ ਜੀ ਬੇਨਤੀ ਕਰਦੇ ਪਏ। ਮਹਾਰਾਜ ਖਾਲਸੇ ਦੀ ਬੇਨਤੀ ਹੈ ਵੀ ਆਪ ਜੀ ਇੱਥੋਂ ਚਲੇ ਜਾਣਾ ਕਰੋ। ਦਗਾ ਦੁਸ਼ਟ ਨ ਕੀਨਸ ਪਕਰਨ। ਇਹ ਜਿਹੜੇ ਦੁਸ਼ਟ ਨੇ ਮੁਗਲ ਔਰ ਪਹਾੜੀਏ ਜਿੰਨੇ ਨੇ ਇਹਨਾਂ ਨੇ ਦਗਾ ਕੀਤਾ। ਦਗਾ ਕਹੀਏ ਧੋਖਾ ਕੀਤਾ। ਕਸਮਾਂ ਖਾ ਲਈਆਂ ਕੁਰਾਨ ਦੀਆਂ, ਕਸਮਾਂ ਖਾ ਲਈਆਂ ਠਾਕੁਰ ਦੀਆਂ, ਦਿਵਾਲੇ ਸ਼ਵਾਲੇ ਦੀਆਂ, ਮਹਾਰਾਜ ਹਮਲਾ ਨਹੀਂ ਕਰਾਂਗੇ। ਇਹਨਾਂ ਨੇ ਕਸਮਾਂ ਖਾ ਕੇ ਮਹਾਰਾਜ ਧੋਖਾ ਕੀਤਾ ਹੈ। ਕਹਿ ਰਨ ਕਰਨ ਸੰਘਾਰਾ। ਪਾਤਸ਼ਾਹ ਜੀ ਇਹ ਜਾਂ ਤੇ ਤੁਹਾਨੂੰ ਫੜਨਾ ਚਾਹੁੰਦੇ ਜਾਂ ਤੁਹਾਨੂੰ ਜੰਗ ਵਿੱਚ ਮਾਰਨਾ ਚਾਹੁੰਦੇ। ਇਸ ਤੋਂ ਪਹਿਲਾਂ ਕਿ ਜੰਗ ਵਿੱਚ ਸ਼ਹਾਦਤ ਹੋਵੇ, ਮਹਾਰਾਜ ਖਾਲਸੇ ਦੀ ਬੇਨਤੀ ਸਮੇਂ ਦੀ ਨਜਾਕਤ ਨੂੰ ਵੇਖਦਿਆਂ ਹੋਇਆ ਬੇਨਤੀ ਇਹ ਆ ਵੀ ਆਪ ਇੱਥੋਂ ਚਲੇ ਜਾਣਾ ਕਰੋ। ਹਮੋ ਸਾਰਖੇ ਸਿੱਖ ਲਛ ਹੋਵੇ। ਪਾਤਸ਼ਾਹ ਜੀ ਤੁਸੀਂ ਰਹੋਗੇ ਨਾ ਸਰੀਰ ਕਰਕੇ, ਵੈਸੇ ਤੇ ਮਹਾਰਾਜ ਸਦਾ ਹੀ ਅੰਗ ਸੰਗ ਨੇ, ਪਰ ਜਦੋਂ ਤੁਸੀਂ ਸਰੀਰ ਕਰਕੇ ਰਹੋਗੇ ਮਹਾਰਾਜ ਸਾਡੇ ਵਰਗੇ ਲੱਖਾਂ ਤਿਆਰ ਕਰ ਲਵੋਗੇ। ਭਾਈ ਦਇਆ ਸਿੰਘ ਸਾਹਿਬ ਦੀ ਬੇਨਤੀ ਹੈ, ਸਤਿਗੁਰੂ ਤੁਸੀਂ ਸਰੀਰ ਕਰਕੇ ਚਲੇ ਜਾਓ, ਤੁਸੀਂ ਸਾਡੇ ਵਰਗੇ ਲੱਖਾਂ ਹੀ ਹੋਰ ਸਿੰਘ ਇਸ ਤਰ੍ਹਾਂ ਦੇ ਤਿਆਰ ਕਰ ਲੈਣੇ ਹਨ। ਕੁਸ਼ਲੀ ਤੁਮਹਿ ਸਰੀਰਾ। ਸਤਿਗੁਰੂ ਤੁਹਾਡੇ ਸਰੀਰ ਦੀ ਕੁਸ਼ਲ ਚਾਹੀਦੀ ਹੈ, ਤੁਹਾਡੇ ਸਰੀਰ ਦੀ ਸੁਖ ਸ਼ਾਂਤ ਚਾਹੀਦੀ ਹੈ। ਪਾਤਸ਼ਾਹ ਤੁਹਾਡੇ ਸਰੀਰ ਨੂੰ ਕੁਝ ਨਹੀਂ ਹੋਣਾ ਚਾਹੀਦਾ। ਜੇ ਸਰੀਰ ਕਰਕੇ ਆਪ ਬੈਠੇ ਹੋ, ਸਾਡੇ ਵਰਗੇ ਤੇ ਆਪ ਨੇ ਕਈ ਪੈਦਾ ਕਰ ਲੈਣੇ ਹਨ। ਕਨੇ ਜੰਗ ਕਾਲਿਓ ਕਮਸਨ। ਮਹਾਰਾਜ ਜੀ ਆਪ ਜੀਆਂ ਨੇ ਬੜੇ ਜੰਗ ਕੀਤੇ ਨੇ,
14 ਜੰਗਾਂ ਦਾ ਵਰਣਨ ਆਉਂਦਾ ਮਹਾਰਾਜ ਦੀ ਜ਼ਿੰਦਗੀ ਵਿੱਚ ਵੀ ਐਸੇ ਆਪ ਜੀ ਨੇ ਜੰਗ ਕਰੇ ਹਨ। ਲੱਖੋਂ ਹੱਥ ਕਰ ਵੀਰਾ, ਤੇ ਮਹਾਰਾਜ ਆਪ ਜੀ ਨੇ ਇਹਨਾਂ 14 ਜੰਗਾਂ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਵੈਰੀ ਨੂੰ ਸੋਧ ਕੇ ਜਮਾਂ ਦੇ ਧਾਮ ਪਹੁੰਚਾਇਆ ਹੈ। ਜਿਤੇ ਵਹਿਰ ਨਿਕਲੇ ਨਿਕਸੇ ਲਰਵੇ ਹਿਤ। ਮਹਾਰਾਜ ਜਿੰਨੇ ਕੁ ਸੂਰਮੇ ਆਪਣੇ ਗੜੀ ਤੋਂ ਬਾਹਰ ਨਿਕਲੇ ਸੀ, ਮਹਾਰਾਜ ਦੇ ਸਿੰਘਾਂ ਨੂੰ ਰੋਹ ਆਉਂਦਾ, ਜੋਸ਼ ਆਉਂਦਾ ਵੇਖ ਕੇ ਜੰਗ। ਫਿਰ ਵਾਰੀ ਵਾਰੀ ਆਗਿਆ ਮੰਗਦੇ, ਮਹਾਰਾਜ ਹੁਕਮ ਹੋਵੇ ਅਸੀਂ ਬਾਹਰ ਜਾ ਕੇ ਜੰਗ ਕਰੀਏ। ਜਿੰਨੇ ਗੜੀ ਵਿੱਚੋਂ ਬਾਹਰ ਗਏ ਉਹ ਸ਼ਹੀਦੀ ਪ੍ਰਾਪਤ ਕਰ ਗਏ। ਇਹ ਸਿੰਘ ਤਾਂ ਬਚਨ ਕਰਦੇ ਪਏ, ਮਹਾਰਾਜ ਜਿੰਨੇ ਨਿਕਲੇ ਬਾਹਰ ਗੜੀ ਚੋਂ ਉਹ ਸਾਰੇ ਹੀ ਸ਼ਹੀਦੀ ਪਾ ਗਏ ਹਨ। ਅੰਤ ਸਮੇਂ ਸਭ ਹੋਏ, ਤੇ ਮਹਾਰਾਜ ਸਾਰਿਆਂ ਦਾ ਅੰਤ ਹੋ ਗਿਆ, ਸਾਰਿਆਂ ਦੀ ਸ਼ਹੀਦੀ ਹੋ ਗਈ ਹੈ, ਕੋਈ ਵੀ ਇਸ ਵੇਲੇ ਸਿੰਘ ਬਚਿਆ ਨਹੀਂ ਹੈ। ਲੱਖੋਂ ਦਲ ਦੇਖੋ ਅਬ ਉਮੜੇ। ਮਹਾਰਾਜ ਹੁਣ ਵੇਖੋ ਅਜੇ ਵੀ ਦੁਸ਼ਮਣ ਦੀ ਫੌਜ ਕਈ ਲੱਖਾਂ ਦੀ ਗਿਣਤੀ ਵਿੱਚ ਚਾਰ ਚਫੇਰੇ ਬੈਠੀ ਹੈ, ਮੁੱਕੀ ਕੋਈ ਨਹੀਂ ਹੈ। ਸਿੰਘਾਂ ਦੀ ਸ਼ਹੀਦੀ ਪਾਉਣ ਦੇ ਨਾਲ ਫੌਜ ਮੁੱਕ ਨਹੀਂ ਗਈ ਹੈ। ਮਹਾਰਾਜ ਅਜੇ ਵੀ ਲੱਖਾਂ ਦੀ ਗਿਣਤੀ ਵਿੱਚ ਪਠਾਨ, ਗਿਲਜੇ, ਪਹਾੜੀਏ, ਕਾਬਲੀ, ਪਤਾ ਨਹੀਂ ਕਿੰਨੇ ਕੁ ਤੁਰੇ ਫਿਰਦੇ ਫੌਜ ਦੇ ਅੰਦਰ। ਅਜੇ ਵੀ ਉਸੇ ਤਰ੍ਹਾਂ ਫੌਜ ਦਾ ਵੱਡਾ ਇਕੱਠ ਠਾਠਾਂ ਮਾਰਦਾ ਹੈ। ਚਾਹੇ ਦੁਰਗ ਪਰ ਢੋਏ। ਸਤਿਗੁਰੂ ਪਾਤਸ਼ਾਹ ਜੀ ਇਹ ਚਾਹੁੰਦੇ ਨੇ ਸਾਰੇ ਇਸ ਗੜੀ ਦੇ ਉੱਪਰ ਹਮਲਾ ਕਰਨਾ। ਉਹਨਾਂ ਨੂੰ ਪਤਾ ਲੱਗ ਗਿਆ ਵੀ 40 ਕੁ ਸਿੰਘ ਨਾਲ ਨੇ, ਉਹਦੇ ਵਿੱਚੋਂ 25-30 ਸਿੰਘ ਸ਼ਹਾਦਤ ਪਾ ਗਏ ਨੇ, ਹੁਣ 10 ਕੁ ਸਿੰਘ ਮਹਾਰਾਜ ਦੇ ਕੋਲ ਨੇ। ਇਹ ਸਾਰੇ ਦੇ ਸਾਰੇ ਮਹਾਰਾਜ ਗੜੀ ਦੇ ਉੱਪਰ ਹੁਣ ਮਿਲ ਕੇ ਹਮਲਾ ਕਰਨਾ ਚਾਹੁੰਦੇ ਹਨ। ਸੁਨ ਸਤਿਗੁਰ ਬਿਕਸੇ ਸ੍ਰੀ ਮੁਖ ਤੇ। ਜਦੋਂ ਭਾਈ ਦਇਆ ਸਿੰਘ ਸਾਹਿਬ ਨੇ ਇਹ ਗੱਲ ਕਹੀ ਹੈ ਨਾ, ਤੇ ਗੁਰਮੁਖੋ ਮਹਾਰਾਜ ਜੀ ਦਾ ਜੀਵਨ ਕੈਸਾ ਹੈ। ਦੋ ਆਪਣੇ ਸਪੁੱਤਰ ਸਾਹਮਣੇ ਅੱਖਾਂ ਦੇ ਮਹਾਰਾਜ ਦੇ ਸ਼ਹੀਦ ਹੋਏ ਤੇ ਜਾਨ ਤੋਂ ਪਿਆਰੇ ਸਿੰਘ ਵੀ ਸ਼ਹੀਦੀ ਪਾ ਗਏ। ਇਸ ਵੇਲੇ ਅਨੰਦਪੁਰ ਸਾਹਿਬ ਕੋਲ ਕੋਈ ਨਹੀਂ ਹੈ, ਨਾ ਕੋਈ ਕੋਲ ਕੋਈ ਐਸੀ ਵਸਤੂ ਹੈ। ਪ੍ਰਸਾਦੀ ਹਾਥੀ ਵਰਗੇ ਮਰ ਗਏ। ਅਨੰਦਪੁਰ ਸਾਹਿਬ ਆਪਣਾ ਘਰ ਛੱਡ ਦਿੱਤਾ ਹੈ। ਜਾਨ ਤੋਂ ਪਿਆਰੇ ਸਿੰਘ ਸ਼ਹਾਦਤ ਪ੍ਰਾਪਤ ਕਰ ਗਏ। ਸਾਹਿਬਜ਼ਾਦੇ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਏ। 5 ਪਿਆਰੇ ਸਾਹਿਬਾਨ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਏ। ਇੰਨਾ ਕੁਝ ਹੋਣ ਤੋਂ ਬਾਵਜੂਦ ਭਾਈ ਦਇਆ ਸਿੰਘ ਦਾ ਬਚਨ ਸੁਣ ਕੇ ਮਹਾਰਾਜ ਹੱਸ ਪਏ, ਖੁਸ਼ ਹੋ ਗਏ, ਪ੍ਰਸੰਨ ਹੋਏ। ਆਪਣੇ ਮੁਖ ਤੋਂ ਮਹਾਰਾਜ ਮੁਸਕਰਾਏ ਸੁਣ ਕੇ ਬਚਨ ਭਾਈ ਦਇਆ ਸਿੰਘ ਸਾਹਿਬ ਜੀ ਦਾ। ਕੈਸਾ ਖਿਆਲ ਹੈ ਮਹਾਰਾਜ ਜੀ ਦਾ, ਕੈਸਾ ਵਿਚਾਰ ਹੈ। ਦੁਨੀਆ ਦੇ ਵਿੱਚ ਨਿੱਕਾ ਜਿਹਾ ਘਾਟਾ ਪੈ ਜਾਵੇ, ਦੁਨੀਆ ਹੌਕਾ ਲੈ ਕੇ ਮਰ ਜਾਂਦੀ ਹੈ। ਇੱਧਰ ਘਰ ਵੀ ਛੱਡਣਾ ਪੈ ਗਿਆ, ਕਿਲੇ ਵੀ ਛੱਡਣੇ ਪੈ ਗਏ, ਪੁੱਤਰ ਵੀ ਸ਼ਹਾਦਤ ਪ੍ਰਾਪਤ ਕਰ ਗਏ, ਪਰਿਵਾਰ ਵੀ ਖੇਰੂ ਖੇਰੂ ਹੋ ਗਿਆ। ਲੱਖਾਂ ਦੀ ਗਿਣਤੀ ਵਿੱਚ ਅਜੇ ਵੀ ਫੌਜ ਘੇਰ ਕੇ ਬੈਠੀ ਹੈ। ਜਦੋਂ ਭਾਈ ਦਇਆ ਸਿੰਘ ਨੇ ਆਖਿਆ ਨਾ ਮਹਾਰਾਜ ਸਾਹਿਬ ਜੀ ਵੇਖੋ ਲੱਖਾਂ ਦੀ ਗਿਣਤੀ ਦੀ ਫੌਜ ਹੈ, ਇਹ ਸੁਣ ਕੇ ਮਹਾਰਾਜ ਹੱਸ ਪਏ। ਉਸ ਵੇਲੇ ਖੁਸ਼ ਹੋ ਕੇ ਉਸ ਵੇਲੇ ਬਚਨ ਕਰਦੇ ਹਨ। ਦੇਖੋ ਤਜੈ ਹਮ ਬਾਨਾ। ਕਹਿਣ ਲੱਗੇ ਭਾਈ ਦਇਆ ਸਿੰਘ ਜਿਹੜੀ ਫੌਜ ਤੈਨੂੰ ਚਾਰ ਚਫੇਰੇ ਲੱਖਾਂ ਦੀ ਗਿਣਤੀ 'ਚ ਦਿਸਦੀ ਪਈ ਹੈ ਨਾ, ਹੁਣੇ ਤੈਨੂੰ ਇੱਕ ਨਿੱਕਾ ਜਿਹਾ ਕਰਤੱਵ ਵਿਖਾਉਂਦੇ ਆ। ਜਿੰਨਾ ਚਿਰ ਅਸੀਂ ਗੜੀ ਵਿੱਚ ਬੈਠੇ ਆ, ਇਹਨਾਂ ਦੀ ਕਿਸੇ ਦੀ ਹਿੰਮਤ ਨਹੀਂ ਵੀ ਇਹ ਗੜੀ ਦੇ ਵੱਲ ਕੋਈ ਮੂੰਹ ਵੀ ਕਰ ਸਕੇ। ਜੇ ਨਹੀਂ ਤੇ ਲਿਆ ਫਿਰ ਸਾਡਾ ਤੀਰ ਕਮਾਨ ਫੜਾ, ਤੈਨੂੰ ਵਿਖਾਈਏ ਵੀ ਅਸੀਂ ਕੀ ਕਰ ਸਕਦੇ ਹਾਂ। ਮਹਾਰਾਜ ਕਹਿੰਦੇ ਹੁਣ ਇੱਕ ਤੀਰ ਚਲਾਵਾਂਗੇ, ਉਹਦੇ ਵਿੱਚ ਫਿਰ ਤੈਨੂੰ ਵਿਖਾਉਂਦੇ ਹਾਂ। ਅਰੇ ਉਹ ਧਨੁਖ ਪਰ ਕੂਦਤ ਤਿਆਗੇ। ਉਸ ਵੇਲੇ ਮਹਾਰਾਜ ਸਾਹਿਬ ਜੀਆਂ ਨੇ ਇੱਕ ਖਪਰਾ ਤੀਰ ਫੜਿਆ ਆਪਣੇ ਹੱਥਾਂ ਵਿੱਚ ਤੇ ਆਪਣੇ 9 ਟੰਕੇ ਧਨੁਖ ਦੇ ਵਿੱਚ ਰੱਖ ਕੇ ਮਹਾਰਾਜ ਨੇ ਉਸ ਵੇਲੇ ਕੰਨ ਦੇ ਤੱਕ ਖਿੱਚ ਕੇ ਜਦੋਂ ਇਸ ਤੀਰ ਨੂੰ ਤਾਣਿਆ ਹੈ, ਗਮਨਿਓ ਗਾਜ ਸਮਨ। ਤੇ ਜਿਵੇਂ ਗੁਰਮੁਖੋ ਬੱਦਲ ਗਾਇਦਾ ਨਾ, ਗੜਗੜਾਹਟ ਦੀ ਆਵਾਜ਼ ਆਉਂਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਧਨੁਖ ਦੇ ਵਿੱਚੋਂ ਤੀਰ ਇਸ ਤਰ੍ਹਾਂ ਚੱਲਿਆ ਹੈ, ਆਪਾਂ ਜਾਣ ਲਈਏ ਜਿਵੇਂ ਬੱਦਲਾਂ ਦੇ ਵਿੱਚ ਬਿਜਲੀ ਗੱਜਦੀ ਹੈ। ਅਗਰ ਵਧੇ ਆਵਤ ਜੇ ਗੜ ਕੋ। ਜਿਹੜੇ ਭੱਜੇ ਆਉਂਦੇ ਸਨ, ਭਾਈ ਦਇਆ ਸਿੰਘ ਨੇ ਆਖਿਆ ਉਹ ਵੇਖੋ ਮਹਾਰਾਜ ਵੱਡੇ ਵੱਡੇ ਪਠਾਨ ਮੁਗਲ ਜਿਹੜੇ ਨੇ ਗਿਲਜੇ ਦੌੜੇ ਆਉਂਦੇ ਗੜੀ ਦੇ ਉੱਪਰ ਟੁੱਟ ਕੇ ਪੈਣ ਵਾਸਤੇ। ਜਦੋਂ ਭਾਈ ਦਇਆ ਸਿੰਘ ਨੇ ਵਿਖਾਏ ਤੇ ਮਹਾਰਾਜ ਨੇ ਆਪਣੇ ਤੀਰ ਦਾ ਮੂੰਹ ਕੀਤਾ ਉਹਨਾਂ ਦੇ ਵੱਲ ਜਿਹੜੇ ਅੱਗੇ ਅੱਗੇ ਦੌੜੇ ਆਉਂਦੇ ਉਸ ਵੇਲੇ ਕਿਲੇ ਦੇ ਉੱਪਰ ਹਮਲਾ ਕਰਨ ਵਾਸਤੇ। ਗਿਰੇ ਨਰਨ ਉਥਲੈ ਕੇ। ਤੇ ਮਹਾਰਾਜ ਨੇ ਐਸਾ ਤੀਰ ਬਖਸ਼ਿਸ਼ ਕੀਤਾ, ਜਿਹੜੇ ਭੱਜੇ ਆਉਂਦੇ ਸਨ ਉਹ ਉਥਲ ਉਥਲ ਕੇ ਪੁਆਟਲੀਆਂ ਖਾ ਖਾ ਕੇ ਧਰਤੀ ਦੇ ਉੱਪਰ ਡਿੱਗੇ ਹਨ। 10,000 ਕੋ ਪ੍ਰਾਨ ਅੰਤ ਭਾਈ ਭਾ। ਸੰਤੋਖ ਸਿੰਘ ਜੀ ਕਹਿੰਦੇ ਭਾਈ ਦਇਆ ਸਿੰਘ ਨੇ ਆਖਿਆ ਮਹਾਰਾਜ ਗੜੀ ਛੱਡ ਕੇ ਚਲੇ ਜਾਓ, ਲੱਖਾਂ ਦੀ ਫੌਜ ਬਾਹਰ ਖਲੋਤੀ ਹੈ, ਵੇਖੋ ਹੁਣੇ ਕਿਲੇ ਤੇ ਹਮਲਾ ਹੋਣ ਵਾਲਾ ਹੈ।
ਖੁਸ਼ ਹੋ ਕੇ ਮਹਾਰਾਜ ਨੇ ਆਖਿਆ, ਭਾਈ ਦਇਆ ਸਿੰਘ ਲਿਆਓ ਸਾਡਾ ਤੀਰ ਕਮਾਨ ਫੜਾਓ, ਫਿਰ ਤੁਹਾਨੂੰ ਕੌਤਕ ਵਿਖਾਈਏ। ਉਸ ਵੇਲੇ ਜੜਿਆ ਤੀਰ ਆਪਣੇ 9 ਟੰਕੇ ਧਨੁੱਖ ਦੇ ਵਿੱਚ ਮਹਾਰਾਜ ਨੇ ਖਿੱਚ ਕੇ ਕੰਨ ਦੇ ਤੱਕ ਜਦੋਂ ਚਲਾਇਆ, ਤੀਰ ਚੱਲਿਆ, ਬਿਜਲੀ ਦੀ ਕੜਕਣ ਵਰਗੀ ਆਵਾਜ਼ ਆਉਂਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਚੱਲਿਆ ਹੋਇਆ ਤੀਰ ਭਾਈ ਸੰਤੋਖ ਸਿੰਘ ਜੀ ਕਹਿੰਦੇ 10,000 ਵੈਰੀ ਦੇ ਵਿੱਚੋਂ ਦੀ ਪਾਰ ਨਿਕਲ ਗਿਆ। ਸਤਿ ਸ਼੍ਰੀ ਅਕਾਲ। ਜਿਹੜੇ ਮੁਗਲ ਤੇ ਪਠਾਨ ਅੱਗੇ ਨੂੰ ਦੌੜੇ ਆਉਂਦੇ ਨੇ, ਭੱਜੇ ਆਉਂਦੇ, ਉਹਨਾਂ ਅੱਗੇ ਅੱਗੇ ਭੱਜੇ ਆਉਂਦੇ ਆ 10,000 ਬੰਦੇ ਦੀ ਜਾਨ ਉਸੇ ਵੇਲੇ ਨਿਕਲ ਗਈ ਹੈ। ਐਸਾ ਤੀਰ ਚੱਲਿਆ, ਇੱਕ ਦੇ ਵਿੱਚੋਂ ਦੀ ਦੂਜਾ, ਦੂਜੇ ਦੀ ਵਿੱਚੋਂ ਦੀ ਤੀਜੇ ਨੂੰ ਲੱਗਦਿਆਂ ਹੋਇਆ ਜਦੋਂ 10,000 ਵੈਰੀ ਇੱਕੇ ਵਾਰੀ ਮਰ ਕੇ ਧਰਤੀ ਤੇ ਡਿੱਗਣ ਤੇ ਭਾਈ ਸੰਤੋਖ ਸਿੰਘ ਬਖਸ਼ਦੇ ਹਨ 10,000 ਕੋ ਪ੍ਰਾਣੇ ਅੰਤ ਭਾਰ 10,000 ਵੈਰੀ ਦਾ ਇੱਕੇ ਤੀਰ ਦੇ ਨਾਲ ਮਹਾਰਾਜ ਨੇ ਪ੍ਰਾਣਾਂ ਦਾ ਅੰਤ ਕੀਤਾ ਰਹੇ ਮਨੋ ਸੁਪਤੈ ਕੈ। ਇਸ ਤਰ੍ਹਾਂ ਮਰ ਕੇ ਧਰਤੀ ਤੇ ਡਿੱਗੇ। ਮੰਨ ਲਓ ਵੀ ਇਹਨਾਂ ਨੂੰ ਨੀਂਦ ਆ ਗਈ ਹੈ ਤੇ ਸੁੱਤੇ ਹੋਣ ਗੂੜੀ ਨੀਂਦ। ਐਸਾ ਤੀਰ ਮਹਾਰਾਜ ਨੇ ਬਖਸ਼ਿਆ ਹੈ। ਵਿਸਮ ਭਏ ਠਨ ਕੇ ਦਾਲੇ ਅਰ ਕੇ। ਗੁਰਮੁਖੋ ਐਸਾ ਤੀਰ ਚੱਲਿਆ 10,000 ਜਦੋਂ ਮਰਿਆ ਨਾ, ਜਿਹੜੇ ਪਿੱਛੇ ਦੌੜੇ ਆਉਂਦੇ ਸਨ ਜੰਮ ਗਏ ਪੈਰ ਉੱਥੇ। ਕਿਸੇ ਦੀ ਹਿੰਮਤ ਨਹੀਂ ਹੈ ਵੀ ਇੱਕ ਵੀ ਪੁਲਾਂਘ ਕੋਈ ਅੱਗੇ ਪੱਟੇ, ਡਰਦੇ ਮਾਰੇ ਉੱਥੇ ਹੀ ਖੜ ਗਏ, ਨਹੀਂ ਅੱਗੇ ਵਧਣਾ ਚਾਹੁੰਦੇ। ਅੱਗੇ ਮੌਤ ਹੈ, ਇੱਕ ਤੀਰ ਹੋਰ ਚੱਲੇਗਾ ਤੇ ਇੰਨੇ ਹੋਰ ਸੌਂ ਜਾਣਗੇ। ਜਿਹੜੇ ਚਾਅ ਦੇ ਨਾਲ ਦੌੜੇ ਆਉਂਦੇ ਸਨ, ਵੱਡੇ ਵੱਡੇ ਗਿਲਜਿਆਂ ਵਰਗੇ ਸਰੀਰ ਜਿਨ੍ਹਾਂ ਦੇ, ਪਠਾਨ ਬੜੇ ਤਗੜੇ ਤਗੜੇ ਕਾਬਲੀ ਨੇ, ਕੰਧਾਰੀ ਨੇ, ਉਸੇ ਵੇਲੇ ਰੁਕ ਗਏ। ਕਿਸੇ ਦੀ ਹਿੰਮਤ ਨਹੀਂ ਹੈ ਕੋਈ ਅੱਗੇ ਵਧਣਾ ਕਰੇ। ਅਗਰ ਨਾ ਕੋ ਭਟ ਹੋਵਾ। ਕਿਸੇ ਸੂਰਮੇ ਦੀ ਹਿੰਮਤ ਨਹੀਂ ਹੈ ਵੀ ਕੋਈ ਵੀ ਅੱਗੇ ਜਿਹੜਾ ਹੈ ਉਹ ਵਧਣਾ ਕਰੇ। ਮਹਾਂ ਗਜ਼ਬ ਕੋ ਲਗਿਓ ਤਮਾਚਾ। ਕਹਿਣ ਲੱਗੇ, ਕਹਿੰਦੇ ਗਜਬ ਹੋ ਗਿਆ, ਯਾ ਖੁਦਾ ਇਹ ਕੀ ਹੋ ਗਿਆ। ਐਸਾ ਵੀ ਹੋ ਸਕਦਾ ਹੈ, ਇੱਕ ਤੀਰ ਇੰਨਿਆਂ ਵਿੱਚੋਂ ਕਿਵੇਂ ਪਾਰ ਹੋ ਸਕਦਾ ਹੈ। ਗਜਬ ਢਾ ਦਿੱਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਤੀਰ ਨੇ। ਇਸ ਤਰ੍ਹਾਂ ਆਖਦੇ ਹਨ ਅਦਭੁਤ ਅਤਿਸ਼ੈ ਜੋਵਾ। ਕਹਿਣ ਲੱਗੇ ਇਹ ਤੇ ਅਦਭੁਤ ਗੱਲ ਹੈ, ਹੈਰਾਨ ਕਰਨ ਵਾਲੀ ਗੱਲ ਹੈ ਕਿ 10,000 ਵੈਰੀ ਦੇ ਵਿੱਚੋਂ ਤੀਰ ਨਿਕਲਦਾ ਪਿਆ। ਹੈਰਾਨ ਕਰਨ ਵਾਲੀ ਗੱਲ। ਭਾਈ ਦਇਆ ਸਿੰਘ ਨੇ ਵੇਖਿਆ ਮਹਾਰਾਜ ਦਾ ਤੀਰ 10,000 ਵਿੱਚੋਂ ਨਿਕਲਿਆ ਤੇ ਭਾਈ ਦਇਆ ਸਿੰਘ ਕਹਿਣ ਲੱਗੇ, ਮਹਾਰਾਜ ਜੇ ਇਸ ਤਰ੍ਹਾਂ ਦੇ 5-7 ਤੀਰ ਹੋ ਚੱਲੇ ਤੇ ਇਹਦੇ ਬਚਣਾ ਹੀ ਕੁਝ ਨਹੀਂ, ਸਾਰਾ ਪੰਡਾਲ ਵਿਹਲਾ ਹੋ ਜਾਵੇਗਾ, ਸਾਰੀ ਫੌਜ ਸਦਾ ਦੀ ਨੀਂਦ ਸੌ ਜਾਵੇਗੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਚਨ ਆਖੇ, ਅੱਲਾ ਯਾਰ ਖਾਂ ਜੋਗੀ ਨੇ ਬਚਨ ਲਿਖਿਆ। ਮਹਾਰਾਜ ਕਹਿਣ ਲੱਗੇ, ਭਾਈ ਦਇਆ ਸਿੰਘ ਜੀ ਆਗਿਆ ਹੀ ਨਹੀਂ ਹੈ ਹਮੇ ਜੰਗ ਕੀ। ਸਾਨੂੰ ਤੇ ਜੰਗ ਕਰਨ ਦੀ ਅਕਾਲ ਪੁਰਖ ਦੇ ਵੱਲੋਂ ਆਗਿਆ ਨਹੀਂ। ਜੇ ਕਿਤੇ ਪਰਮੇਸ਼ਰ ਵੱਲੋਂ ਆਗਿਆ ਹੋਵੇ ਅਸੀਂ ਆਪਣੇ ਤੀਰ ਦੇ ਨਾਲ ਐਸੀ ਮਾਰ ਮਾਰਾਂਗੇ। ਆਗਿਆ ਹੀ ਨਹੀਂ ਹੈ ਹਮੇ ਜੰਗ ਕੀ। ਪਾਤਸ਼ਾਹ ਕਹਿਣ ਲਗੇ, नहीं तो दुश्मन के चमन की मट्टी तक उड़ा सकते हैं हम। ऐसा तीर चलावांगे दुश्मन दियाँ सथरा विछा देंगे, मिट्टी उड़ जाएगी, बचेगा कुछ नहीं। ऐसी बख्शिश साडे उपर अकाल पुरख दी है। ये बचन महाराज जी ने उस वेले बख्शे। भाई दया सिंह ने उस वेले हथ जोड़ के आख्या, महाराज आप रहम करो, कृपा करो, इस तरह की भयानक ना मार मारो। महाराज इन्नी फौज मरेगी, बच्चे अनाथ हो जाएंगे, औरतां विधवा हो जाएंगियां, महाराज आप दया दे घर विच आओ। उस वेले ऐसियां बेनतियां करदे हन, दूर दूर कर फर्क तेरे सब। उस वेले दूर दूर फौज दा सिपे सलार ख्वाजा मरदूद अपनी फौज नूं रोकिया, कहन लगा, वेखियो गड़ी दे कोल ना जाओ, जिहड़ा जावेगा मौत नूं प्राप्त होवेगा। गड़ी तो पिछे हट जाओ, दूर जाके बैठो, इन्ना दूर हो जाओ जिथों तक गुरु गोबिंद सिंह महाराज दा तीर ना पहुंच सके, इन्ना दूर होके बैठना करो। कहें निकट न जावो। कहन लगा भी नेड़े ना जाओ, वेखियो किते ऐसी गलती ना करना करियो। निकट ढूके तत्काल परन हथ। जेड़े नेड़े जाणगे, फौज दा वड्डा जरनैल अपनी फौज नूं हुक्का दिंदा पिया, ਜਿਹੜਾ ਗੜੀ ਦੇ ਨੇੜੇ ਚਲਾ ਗਿਆ ਉਹਦੀ ਮੌਤ ਹੋਵੇਗੀ, ਜਿਹਦੀ ਮੌਤ ਹੋ ਗਈ ਉਹਦੀ ਜ਼ਿੰਮੇਵਾਰੀ ਸਾਡੀ ਨਹੀਂ ਹੋਵੇ। ਗਲਤੀ ਨਾ ਕਰਿਓ, ਗੜੀ ਦੇ ਨੇੜੇ ਜਾਣ ਦਾ ਹਿਆ ਨਾ ਕਰਿਓ, ਪਿੱਛੇ ਹੋ ਕੇ ਬੈਠਣਾ ਕਰੋ। ਨਾਹਕ ਜਾਨ ਗਵਾਵੋ। ਕਿਉਂ ਆਪਣੀ ਐਵੇਂ ਜਾਨ ਗਵਾਉਂਦੇ ਪਏ ਹੋ, ਆਪਣੀ ਜਾਨ ਬਚਾ ਲੈਣਾ ਕਰੋ। ਆਪੇ ਨਿਕਸਪਰੈ ਹੋਵੇ ਹੱਥ। ਅੱਜ ਨਹੀਂ ਤੇ ਕੱਲ ਗੜੀ ਤੇ ਛੱਡਣੀ ਪਵੇਗੀ ਨਾ। ਇਹਨਾਂ ਨੂੰ ਪਤਾ ਵੀ ਗੜੀ ਵਿੱਚ ਕੋਈ ਰਾਸ਼ਨ ਨਹੀਂ ਹੈ, ਸਿੰਘ ਸ਼ਹੀਦ ਹੋ ਗਏ ਨੇ। ਮਹਾਰਾਜ ਅੱਜ ਨਹੀਂ ਛੱਡਣਗੇ ਤੇ ਕੱਲ ਕਦੇ ਤੇ ਗੜੀ ਵਿੱਚੋਂ ਬਾਹਰ ਨਿਕਲਣਗੇ।
ਖਵਾਜਾ ਮਰਦੂਦ ਕਹਿੰਦਾ, ਕਹਿਣ ਲੱਗਾ ਦੂਰ ਹੋ ਜਾਓ, ਜਾਨ ਬਚਾਓ, ਗੜੀ ਇਹਨਾਂ ਨੇ ਆਪੇ ਛੱਡ ਦੇਣੀ ਅਬ ਹੈ। ਦੇਰ ਨਾ ਜਾਣਾ ਕੋਈ। ਇਸ ਕਰਕੇ ਹੁਣ ਦੇਰ ਕੋਈ ਨਹੀਂ ਹੈ, ਥੋੜਾ ਹੀ ਸਮਾਂ ਲੱਗਣਾ ਤੇ ਇਹਨਾਂ ਨੇ ਗੜੀ ਵਿੱਚੋਂ ਬਾਹਰ ਆਉਣਾ। ਬੀਤ ਗਇਓ ਲੜਤੇ ਦਿਨ ਸਾਰੋ। ਇਸ ਤਰ੍ਹਾਂ ਗੁਰਮੁਖੋ ਸਾਰਾ ਦਿਨ ਜੰਗ ਕਰਦਿਆਂ ਬਤੀਤ ਹੋ ਗਿਆ। ਸਵੇਰ ਤੋਂ ਜੰਗ ਸ਼ੁਰੂ ਹੋਇਆ। 40 ਭੁੱਖੇ ਸਿੰਘਾਂ ਨੇ 10 ਲੱਖ ਦੀ ਫੌਜ ਨੂੰ ਸਾਰਾ ਦਿਨ ਡਾਕੇ ਰੱਖਿਆ ਤੇ ਜੰਗ ਕਰਦਿਆਂ ਕਰਦਿਆਂ ਇਸ ਵੇਲੇ ਸੂਰਜ ਅਸਤ ਹੋ ਗਿਆ, ਹਨੇਰਾ ਹੋ ਗਿਆ ਹੈ। ਆਨ ਜਾਮਨੀ ਹੋਈ। ਤੇ ਕਹਿਣ ਲੱਗੇ ਹੁਣ ਰਾਤ ਪੈ ਗਈ ਹੈ, ਹਨੇਰੇ ਵਿੱਚ ਜੰਗ ਨਹੀਂ ਹੋਵੇਗਾ। ਹਨੇਰਾ ਹੋਣ ਕਰਕੇ ਜੰਗ ਇਸ ਵੇਲੇ ਟਲਿਆ ਹੈ। ਤੇ ਮਰ ਵੇਖੈ ਦਿਓ ਦੂਰ ਤਲਾਵਾ। ਉਸ ਵੇਲੇ ਇਹ ਜਿਹੜਾ ਖਵਾਜਾ ਮਰਦੂਦ ਹੈ ਨਾ, ਕਹਿਣ ਲੱਗਾ ਰਾਤ ਨੂੰ ਤਕੜਾਈ ਰੱਖਿਓ, ਕਿਲੇ ਤੋਂ ਦੂਰ ਜਾ ਕੇ ਤਲਾਵਾ ਤੋਂ ਭਾਵ ਹੁੰਦਾ ਗੁਰਮੁਖੋ ਗਸ਼ਤ ਕਰਨੀ। 4 ਚਫੇਰੇ ਗੜੀ ਦੇ ਇਹਨੇ ਫੌਜ ਦੇ ਦਸਤੇ ਬਣਾ ਦਿੱਤੇ। ਵਿਦਵਾਨਾਂ ਨੇ 18,000 ਦੀ ਗਿਣਤੀ ਲਿਖੀ ਹੈ ਵੀ 18,000 ਘੋੜਸਵਾਰ ਸੂਰਮਾ ਖਵਾਜਾ ਮਰਦੂਦ ਨੇ ਆਖਿਆ ਸੀ ਵੀ ਗੜੀ ਦੇ 4 ਚਫੇਰੇ ਤੁਸੀਂ ਘੇਰਾ ਬੰਨ੍ਹ ਕੇ ਸਾਰੀ ਰਾਤ ਹੀ ਘੁੰਮਦੇ ਰਹਿਣਾ। ਦੂਰ ਜਾ ਕੇ ਗੜੀ ਤੋਂ ਜਿੱਥੋਂ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰਾਂ ਦੀ ਮਾਰ ਤੁਹਾਡੇ ਤੱਕ ਨਾ ਹੋਵੇ, ਗੜੀ ਤੋਂ ਇੰਨਾ ਦੂਰ ਜਾ ਕੇ 4 ਚਫੇਰੇ ਗੜੀ ਦੇ ਗਸ਼ਤ ਕਰਦੇ ਰਹੋ, ਚੱਕਰ ਲਾਉਂਦੇ ਰਹੋ। ਤੇ 18,000 ਆਪਣੇ ਸਿਪਾਹੀ ਚੁਣ ਕੇ ਉਹਨਾਂ ਨੂੰ ਘੋੜੇ ਦਿੱਤੇ ਵੀ ਤੁਸੀਂ ਸਾਰੀ ਰਾਤ ਇੱਥੇ ਪਹਿਰਾ ਰੱਖਣਾ ਹੈ। ਐਸਾ ਗੜੀ ਦੇ ਦੁਆਲੇ ਚੱਕਰ ਲਾਉਂਦੇ ਹਨ। ਘੇਰ ਰੱਖੋ ਚੌਂਕਾਈ। ਅਤੇ ਆਖਿਆ 4 ਚਫੇਰੇ ਤੋਂ ਗੜੀ ਨੂੰ ਘੇਰ ਕੇ ਰੱਖਿਓ, ਵੇਖਿਓ ਕਿਤੇ ਰਾਤ ਨੂੰ ਕੋਈ ਨਿਕਲ ਨਾ ਜਾਵੇ, ਐਸਾ ਸ਼ਕਤੀ ਵਾਲਾ ਪਹਿਰਾ ਰੱਖਣਾ ਕਰੋ। ਇਮ ਮਤ ਕਰਕੇ ਹਟ ਰਹੇ ਸਭ। ਉਸ ਵੇਲੇ ਗੁਰਮੁਖੋ ਐਸੀ ਮਤ ਕਰਕੇ, ਸਲਾਹ ਕਰਕੇ ਜੰਗ ਤੋਂ ਸਾਰੇ ਹਟ ਗਏ, ਪਿੱਛੇ ਹੋ ਕੇ ਬੈਠ ਗਏ ਆਪੋ ਆਪਣੀਆਂ ਜਗ੍ਹਾ ਤੇ। ਖਾਨ ਅਧਿਕ ਤਕਰਾਈ। ਪਰ ਤਕੜਾਈ ਪੂਰੀ ਕੀਤੀ ਹੈ। 18,000 ਦੀ ਗਿਣਤੀ ਦੀ ਫੌਜ ਨੂੰ ਹੁਕਮ ਹੈ ਵੀ ਤੁਸੀਂ ਨਹੀਂ ਸੌਣਾ, ਤੁਸੀਂ 4-5 ਆਪਣੇ ਬਣਾ ਲਓ ਗਰੁੱਪ ਤੇ ਗੜੀ ਦੇ ਦੁਆਲੇ ਦੁਆਲੇ ਗੇੜਾ ਕੱਢੀ ਜਾਣਾ ਹੈ। ਪਰਿੰਦਾ ਪਰ ਨਾ ਮਾਰ ਸਕੇ, ਐਸੀ ਸਖਤਾਈ ਕੀਤੀ ਹੈ। ਭੈ ਧਰ ਨਿਕਟ ਨਾ ਹੋਵਨ ਪਾਵੇ। ਨਾਲ ਹੀ ਇਹ ਕਿਹਾ ਹੈ ਵੀ ਤੁਸੀਂ ਨੇੜੇ ਨਹੀਂ ਜਾਣਾ। ਇੱਕ ਤੇ ਫੌਜ ਦਾ ਸਰਦਾਰ ਕਹਿ ਰਿਹਾ ਵੀ ਨੇੜੇ ਨਹੀਂ ਜਾਣਾ, ਦੂਜੀ ਗੱਲ ਇਹ ਹੈ ਇਹਨਾਂ ਦੇ ਆਪਣੇ ਮਨ ਵਿੱਚ ਵੀ ਡਰ ਹੈ ਵੀ ਕਿਹੜਾ ਜਾ ਕੇ ਅੱਗੋਂ ਮੌਤ ਨੂੰ ਗੱਲ ਆਵੇ। ਕੋਈ ਵੀ ਇਸ ਵੇਲੇ ਗੜੀ ਦੇ ਕੋਲ ਜਾਣ ਨੂੰ ਤਿਆਰ ਦੂਰ ਨਹੀਂ। ਦੂਰ ਕਰ ਘੇਰਾ। ਤੇ ਸਾਰੇ ਦੂਰ ਜਾ ਕੇ ਆਪਣਾ ਘੇਰਾ ਪਾ ਕੇ ਬੈਠੇ ਹਨ। ਬਿਸਮਾਵਤ ਬਾਤਨ ਕੋ ਕਰਕੇ। ਉਸ ਵੇਲੇ ਹੈਰਾਨ ਹੁੰਦੇ, ਆਪਸ ਵਿੱਚ ਗੱਲਾਂ ਕਰਦੇ। ਫੌਜ ਦੇ ਜਰਨੈਲ ਇਕੱਠੇ ਹੋ ਗਏ। ਜਿਹੜੀ ਵੱਡੀ ਫੌਜ ਹੈ ਨਾ, ਔਰੰਗਜ਼ੇਬ ਬਾਦਸ਼ਾਹ ਦੀ ਘੇਰਾ ਪਾ ਕੇ ਉਹਦੇ ਜਰਨੈਲ ਇਕੱਠੇ ਹੋ ਕੇ ਆਪਸ ਵਿੱਚ ਗੱਲਾਂ ਕਰਦੇ, ਨਾਲੇ ਹੈਰਾਨ ਹੁੰਦੇ ਹਨ। ਹਿਮ ਗੁਰ ਹਿੰਦ ਬਡੇਰਾ। ਕਹਿਣ ਲੱਗੇ ਵਾਕਿਆ ਗੁਰੂ ਦੀ ਸੋਭਾ ਤੇ ਬੜੀ ਸੁਣੀ ਸੀ ਵੀ ਗੁਰੂ ਪਾਤਸ਼ਾਹ ਜੰਗ ਬੜਾ ਭਿਆਨਕ ਕਰਦੇ, ਪਰ ਅੱਜ ਅਸੀਂ ਵੇਖ ਲਿਆ ਨਾ ਤੇ ਇਹਨਾਂ ਨੇ ਸਾਡੇ ਡਰ ਕਰਕੇ ਅਨੰਦਪੁਰ ਛੱਡਿਆ, ਨਾ ਇਹਨਾਂ ਨੇ ਸਾਡੇ ਕਰਕੇ ਡਰ ਕਰਕੇ ਚਮਕੌਰ ਦੀ ਗੜੀ ਦਾ ਜੰਗ ਛੱਡਿਆ। ਇੱਕ ਤੀਰ ਚਲਾਉਂਦੇ 10,000 ਨੂੰ ਮੌਤ ਦੀ ਨੀਂਦ ਸਵਾਉਂਦੇ। ਨਾ ਸੁਣਿਆ ਸੀ ਵੀ ਜੇ ਕੋਈ ਦੁਨੀਆ ਤੇ ਸੂਰਮਾ ਹੈ ਤੇ ਉਹ ਗੁਰੂ ਗੋਬਿੰਦ ਸਿੰਘ ਹੈ, ਅੱਜ ਵੇਖ ਲਿਆ ਹੈ। ਇਸ ਤਰ੍ਹਾਂ ਫੌਜ ਦੇ ਜਰਨੈਲ ਗੱਲਾਂ ਕਰਦੇ ਹਨ। ਲੱਖੋਂ ਲਸ਼ਕਰ ਲਰ ਅਟਕਾਏ। ਗੁਰਮੁਖੋ ਬੰਦੇ ਤੇ 4-5 ਰੋਕਣੇ ਔਖੇ ਹੋ ਜਾਂਦੇ, ਉਹ ਭਾਰੀ ਪੈ ਜਾਂਦੇ, ਕਿਤੇ ਲੜਾਈ ਹੋ ਜਾਵੇ। ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਲੱਖਾਂ ਦੀ ਗਿਣਤੀ ਦੀ ਫੌਜ ਨੂੰ ਰੋਕ ਕੇ ਰੱਖਿਆ, ਜਿੰਨਾ ਚਿਰ ਗੜੀ ਵਿੱਚ ਆਪ ਬੈਠੇ ਰਹੇ। ਇਤਿਹਾਸ ਨੂੰ ਪੜ੍ਹ ਕੇ ਵੇਖਿਓ, ਜਿੰਨਾ ਚਿਰ ਮਹਾਰਾਜ ਗੜੀ ਵਿੱਚ ਰਹੇ ਉਹਨਾਂ ਚਿਰ ਫੌਜ ਗੜੀ ਵਿੱਚ ਨਹੀਂ ਆ ਸਕੀ। ਮੁਗਲ ਫੌਜ ਦੇ ਸਰਦਾਰ ਗੱਲਾਂ ਕਰਦੇ ਪਏ, ਕਹਿੰਦੇ ਵੇਖੋ ਲੱਖਾਂ ਦੀ ਗਿਣਤੀ ਦੀ ਫੌਜ ਨੂੰ ਮਹਾਰਾਜ ਨੇ ਇਕੱਲਿਆਂ ਹੀ ਰੋਕ ਕੇ ਰੱਖਿਆ ਹੋਇਆ ਹੈ। ਸੁਨੇ ਸੰਗ ਨਰ ਚਾਲੀ। ਅਸੀਂ ਸੁਣਿਆ ਸੀ ਵੀ ਮਹਾਰਾਜ ਦੇ ਨਾਲ 40 ਬੰਦੇ ਨੇ, ਹੁਣ 40 ਦਾ ਤੇ 10 ਲੱਖ ਦਾ ਕੀ ਮੁਕਾਬਲਾ। ਪਰ 40 ਸਿੰਘਾਂ ਦੇ ਨਾਲ ਜਬਲਾ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ ਬਚਨ ਮਹਾਰਾਜ ਸਾਹਿਬ ਜੀਆਂ ਦਾ ਐਸਾ ਆਪਣੇ ਖਾਲਸੇ ਨੂੰ ਬਲ ਬਖਸ਼ਿਆ। ਕਈ ਹਜ਼ਾਰ ਲੱਖ ਲਖੀਅਤ। ਉਸ ਵੇਲੇ ਕਈ ਹਜ਼ਾਰਾਂ ਦੀ ਗਿਣਤੀ ਵਿੱਚ, ਲੱਖਾਂ ਦੀ ਗਿਣਤੀ ਵਿੱਚ ਇਸ ਫੌਜ ਦੀ ਗਿਣਤੀ ਨੂੰ ਜਾਣਿਆ ਜਾਂਦਾ ਹੈ। ਮਰੇ ਵਿਸਾਲੀ। ਤੇ ਇਹ ਫੌਜ ਦੇ ਜਰਨੈਲ ਆਪ ਕਹਿੰਦੇ ਪਏ ਸਾਡੀ ਲੱਖਾਂ ਦੀ ਗਿਣਤੀ ਦੀ ਫੌਜ ਮਰ ਗਈ ਹੈ ਤੇ ਲੱਖਾਂ ਦੇ ਵਿੱਚ ਹੀ ਫੌਜ ਫਟੜ ਹੋ ਗਈ ਹੈ। ਐਸਾ ਜੰਗ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕੀਤਾ। ਇਤਿਆਦਕ ਬਹੁ ਭਨੈ ਵਾਰਤਾ। ਇਤਿਆਦਕ ਕਈ ਗੱਲਾਂ ਆਪਸ ਵਿੱਚ ਕਰਦੇ ਹਨ। ਬੈਠ ਰਹੇ ਕੋ ਠੰਡੇ। ਤੇ ਕਹਿਣ ਲੱਗੇ ਕੁਝ ਬੈਠ ਗਏ, ਕੁਝ ਖੜੇ ਰਹੇ। ਕਈਆਂ ਨੂੰ ਹੁਕਮ ਹੋ ਗਿਆ ਵੀ ਬੈਠ ਜਾਓ, ਬੈਠ ਕੇ ਧਿਆਨ ਰੱਖੋ। ਕਈਆਂ ਨੂੰ ਹੁਕਮ ਹੋਇਆ ਤੁਸੀਂ ਬੈਠਣਾ ਨਹੀਂ ਹੈ, ਖੜੇ ਹੋ ਕੇ ਪਹਿਰਾ ਦੇਣਾ। ਕੋਈ ਘੋੜਿਆਂ ਦੀਆਂ ਕਾਠੀਆਂ ਤੇ ਬੈਠ ਗਏ, ਕੋਈ ਹਾਥੀਆਂ ਦੇ ਅੰਬਾਰੀਆਂ ਦੇ ਵਿੱਚ ਬੈਠ ਗਏ,
ਕੋਈ ਥੱਲੇ ਜ਼ਮੀਨ ਤੇ ਬੈਠੇ ਹੋਏ, ਕੋਈ ਚੱਕਰ ਲਾਉਂਦੇ ਪਏ। ਇਸ ਤਰ੍ਹਾਂ ਪੂਰੀ ਸਾਵਧਾਨੀ ਵਰਤੀ ਹੈ। ਕਹਿ ਆਯੁੱਧ ਸਾਵਧਾਨ ਹੋਏ ਪਰ ਸਾਰਿਆਂ ਨੇ ਹੱਥ ਵਿੱਚ ਸ਼ਸਤਰ ਫੜੇ, ਕਿਸੇ ਨੇ ਬੰਦੂਕ ਫੜੀ ਹੋਈ ਹੈ, ਕਿਸੇ ਨੇ ਤੀਰ ਕਮਾਨ ਚੁੱਕਿਆ, ਕੋਈ ਨੰਗੀ ਤਲਵਾਰ ਫੜ ਕੇ ਸ਼ਸਤਰਾਂ ਨੂੰ ਫੜ ਕੇ ਖਲੋਤੇ ਹਨ। ਫਿਰਤ ਚੌਂ ਦਿਸ਼ ਗਾਢੇ। ਭਾਈ ਸੰਤੋਖ ਸਿੰਘ ਜੀ ਕਹਿਣ ਲੱਗੇ ਗੜੀ ਦੇ 4 ਛਫੇਰੇ ਗੇੜਾ ਦੇਈ ਆਉਂਦੇ। 18,000 ਦੀ ਗਿਣਤੀ ਦੀ ਫੌਜ ਦੀ ਤੇ ਡਿਊਟੀ ਇਹ ਲਾ ਦਿੱਤੀ ਹੈ, ਤੁਸੀਂ ਸਾਰੀ ਰਾਤ 1 ਮਿੰਟ ਨਹੀਂ ਬੈਠਣਾ। ਇਸ ਤਰ੍ਹਾਂ 4 ਛਫੇਰੇ ਚੱਕਰ ਲਾਉਂਦੇ ਹਨ। ਅਰਦਨਿਸ਼ਾ ਕੋ ਗਮਨ ਤੇ ਆਏ। ਇਸ ਤਰੀਕੇ ਦੇ ਨਾਲ ਗੁਰਮੁਖੋ ਅੱਧੀ ਰਾਤ ਤੱਕ ਨਾ ਇਸੇ ਤਰ੍ਹਾਂ ਹੀ ਇਹ ਚੱਕਰ ਲਾਉਂਦੇ ਰਹੇ, ਗੜੀ ਦੇ 4 ਛਫੇਰੇ ਮਹਾਰਾਜ ਜੀਆਂ ਨੂੰ ਫੜਨ ਵਾਸਤੇ। ਸਕਲ ਦਿਵਸ ਲੜਿਆਏ। ਕਿਉਂਕਿ ਗੁਰਮੁਖੋ ਸਾਰਾ ਦਿਨ ਲੜਦੇ ਰਹੇ ਨਾ, ਮਹਾਰਾਜ ਦੇ ਸਿੰਘ ਵੀ ਸਾਰਾ ਦਿਨ ਲੜਦੇ ਰਹੇ ਤੇ ਮੁਗਲਾਂ ਦੀ ਫੌਜ ਦੇ ਸਿਪਾਹੀ ਵੀ ਸਾਰਾ ਦਿਨ ਲੜਦੇ ਰਹੇ। ਸਾਰੀ ਰਾਤ ਸਾਰਾ ਦਿਨ ਲੜਦਿਆਂ ਲੰਘਿਆ, ਸਰੀਰ ਥੱਕ ਗਿਆ, ਇੰਨੇ ਚਿਰ ਨੂੰ ਅੱਧੀ ਰਾਤ ਹੋ ਗਈ ਹੈ। ਕੁਸ਼ਨ ਚਲਿਓ ਬਸ ਸ਼ਰਮ ਤੋਂ ਭਏ। ਉਸ ਵੇਲੇ ਕਿਸੇ ਦਾ ਵਸ ਨਹੀਂ ਹੁਣ ਚੱਲਿਆ। ਇੱਕ ਤੇ ਪ੍ਰਸ਼ਾਦਾ ਭੋਜਨ ਨਹੀਂ ਟਾਈਮ ਨਾਲ ਮਿਲਿਆ ਮੁਗਲਾਂ ਦੀ ਫੌਜ ਨੂੰ, ਤੇ ਦੂਜਾ ਜੰਗ ਕਰਦਿਆਂ ਥੱਕ ਕਰਕੇ ਉਸ ਵੇਲੇ ਥਕਾਵਟ ਦੇ ਸਹਿਤ ਹੋਏ ਹਨ। ਭੂਖ ਤ੍ਰਿਖਾ ਤਨ ਧਾਰੇ। ਇਹਨਾਂ ਦੇ ਸਰੀਰ ਦੇ ਉੱਪਰ ਇਸ ਵੇਲੇ ਭੁੱਖ ਤੇ ਨਿੰਦਰਾ ਨੇ ਬਹੁਤਾ ਜ਼ੋਰ ਪਾਇਆ ਹੈ। ਆਪਨ ਕੌਣ ਮੈਂ ਸ਼ਕਤ ਇਤੀ। ਗੁਰਮੁਖੋ ਇੰਨੀ ਸ਼ਕਤੀ ਮਹਾਰਾਜ ਦੇ ਸਿੰਘਾਂ ਬਿਨਾਂ ਕਿਸੇ ਵਿੱਚ ਨਹੀਂ ਹੋ ਸਕਦੀ ਹੈ। ਆਨੰਦਪੁਰ ਸਾਹਿਬ ਛੱਡਿਆ ਉਦੋਂ ਭੁੱਖ ਹੈ, ਆਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਵਿੱਚ ਚਮਕੌਰ ਦੀ ਗੜੀ ਦਾ ਜੰਗ ਹੋ ਚੁੱਕਿਆ। ਇੰਨੀ ਥਕਾਵਟ ਹੈ ਵੀ ਹਰ ਵੇਲੇ ਲੜਦਿਆਂ ਬਤੀਤ ਹੋ ਗਿਆ। ਆਪਣੀ ਸਰੀਰ ਦੇ ਉੱਪਰ ਇੰਨੀ ਥਕਾਵਟ ਨੂੰ ਝੱਲ ਕੇ, ਭੁੱਖ ਨੂੰ ਝੱਲ ਕੇ, ਜੇ ਐਸੀ ਕੋਈ ਕਰਾਮਾਤ ਕਰ ਸਕਦਾ, ਐਸੀ ਕੋਈ ਬਹਾਦਰੀ ਕਰ ਸਕਦਾ ਤੇ ਕੇਵਲ ਮਹਾਰਾਜ ਜੀ ਦਾ ਖਾਲਸਾ ਹੀ ਕਰ ਸਕਦਾ ਹੈ। ਐਸੀ ਬਹਾਦਰੀ ਦੇ ਨਾਲ ਜੰਗ ਕੀਤਾ ਹੈ। ਕਰ ਲੱਖੋਂ ਸੰਗ ਲੜਾਈ। ਤੇ ਇਸ ਤਰ੍ਹਾਂ ਲੱਖਾਂ ਦੀ ਗਿਣਤੀ ਦੀ ਫੌਜ ਦੇ ਨਾਲ ਵੱਡੀ ਲੜਾਈ ਖਾਲਸੇ ਨੇ ਲੜੀ ਹੈ। ਸੁਖਚਤ ਰਹੇ ਨਾ ਅਜ਼ਮਤ ਕਰਕੇ। ਉਸ ਵੇਲੇ ਮਹਾਰਾਜ ਸੰਕੋਚ ਕਰਦੇ ਰਹੇ ਵੀ ਸ਼ਕਤੀ ਨਹੀਂ ਵਿਖਾਉਣੀ ਹੈ, ਨਹੀਂ ਤੇ ਚਾਹੁੰਦੇ ਤੇ ਇੱਕ ਤੀਰ। ਭਾਈ ਮਤੀ ਦਾਸ ਆਖਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਆਗਿਆ ਹੋਵੇ ਤੇ ਮੈਂ ਸਾਰਾ ਤੁਰਕਾਨਾ ਹੀ ਖਤਮ ਕਰ ਦਿਆਂ, ਮੁਗਲ ਕੋਈ ਰਵੇ ਨਾ। ਤੇ ਜੇ ਭਾਈ ਮਤੀ ਦਾਸ ਇੰਨਾ ਵੱਡਾ ਬਚਨ ਕਹਿ ਸਕਦੇ, ਇੰਨੀ ਤਾਕਤ ਕਮਾ ਸਕਦੇ ਸੇਵਾ ਕਰਕੇ, ਤੇ ਮਹਾਰਾਜ ਤੇ ਫਿਰ ਆਪ ਮਾਲਕ ਨੇ ਨਾ, ਜੋ ਚਾਹਣ ਉਹ ਕਰ ਸਕਦੇ। ਇੰਨਾ ਕੁਝ ਕੋਲ ਹੁੰਦਿਆਂ ਵੀ ਮਹਾਰਾਜ ਨੇ ਕਰਾਮਾਤ ਤੋਂ ਨਹੀਂ ਕੁਝ ਵਰਤਾਈ ਹੈ, ਕਰਾਮਾਤ ਤੋਂ ਬਿਨਾਂ ਹੀ ਐਸਾ ਜੰਗ ਕਰਦੇ ਹਨ। ਕਲੀ ਕਾਲ ਵਰਤਾਈ। ਤੇ ਕਲਯੁਗ ਦੇ ਵਿੱਚ ਮਹਾਰਾਜ ਨੇ ਐਸੀ ਲੀਲਾ ਵਰਤਾਈ ਹੈ। ਹੁਕਮ ਅਕਾਲ ਪੁਰਖ ਕੋ ਮਾਨਤ। ਕਿਉਂਕਿ ਅਕਾਲ ਪੁਰਖ ਦਾ ਹੁਕਮ ਹੈ ਨਾ, ਮਹਾਰਾਜ ਹੁਕਮ ਤੋਂ ਬਾਹਰ ਹੀ ਕੁਝ ਨਹੀਂ ਹੈ। ਅਕਾਲ ਪੁਰਖ ਦਾ ਹੁਕਮ ਮੰਨਦੇ। ਹੁਕਮ ਇਹ ਹੈ ਵੀ ਜੰਗ ਕਰਨਾ ਜ਼ਰੂਰ ਹੈ, ਦੁਸ਼ਟਾਂ ਨੂੰ ਚੁਣ ਕੇ ਸੋਧਾ ਲਾਉਣਾ ਹੈ, ਬਾਕੀਆਂ ਦਾ ਬਚਾਅ ਵੀ ਕਰਨਾ ਹੈ। ਜੰਗ ਕਰਦੇ ਨੇ ਜਿਹੜੇ ਬਹੁਤੇ ਦੁਸ਼ਟ ਨੇ ਉਹਨਾਂ ਨੂੰ ਸੋਧਾ ਲਾਉਂਦੇ, ਪਰ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਰਹਿੰਦੇ। ਅੱਲਾ ਯਾਰ ਖਾਂ ਜੋਗੀ ਨੇ ਉਹੀ ਬਚਨ ਮਹਾਰਾਜ ਦਾ ਲਿਖਿਆ ਸੀ ਜਦੋਂ ਤੀਰ ਪਾਰ ਕੱਢਿਆ ਨਾ 10,000 ਦੇ ਵਿੱਚੋਂ, ਤੇ ਭਾਈ ਦਇਆ ਸਿੰਘ ਨੇ ਆਖਿਆ ਮਹਾਰਾਜ ਇੰਨੇ ਵੈਰੀਆਂ ਨੂੰ ਆਪ ਨੇ ਇੱਕੇ ਤੀਰ ਨਾਲ ਸਵਾਇਆ, ਪਾਤਸ਼ਾਹ ਇਸ ਤਰ੍ਹਾਂ ਦੇ ਤੀਰ ਚੱਲਣਗੇ ਤੇ ਮੈਦਾਨ ਵਿਹਲਾ ਹੋ ਜਾਏਗਾ। ਫਿਰ ਇਹ ਜਿਹੜੇ ਬਚਨ ਭਾਈ ਸੰਤੋਖ ਸਿੰਘ ਨੇ ਲਿਖੇ, ਇਹੋ ਹੀ ਬਚਨ ਫਿਰ ਅੱਲਾ ਯਾਰ ਖਾਂ ਜੋਗੀ ਨੇ ਲਿਖੇ। ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ ਆਗਿਆ ਹੀ ਨਹੀਂ ਹੈ ਹਮੇ ਜੰਗ ਕੀ। ਸਾਨੂੰ ਜੰਗ ਕਰਨ ਦੀ ਆਗਿਆ ਨਹੀਂ ਅਕਾਲ ਪੁਰਖ ਦੇ ਵੱਲੋਂ। ਅਸੀਂ ਤੇ ਚਾਹੁੰਦੇ ਹਾਂ ਵੀ ਸ਼ਾਂਤ ਸੁਭਾਅ ਹੀ ਰਹੀਏ, ਪਰ ਜਦੋਂ ਦੁਸ਼ਟ ਲੋਕ ਦੁਸ਼ਟਤਾਈ ਕਰਦੇ ਫਿਰ ਸਾਨੂੰ ਦੁਸ਼ਟਾਂ ਨੂੰ ਸੁਧਨਾ ਵੀ ਆਉਂਦਾ ਹੈ। आज्ञा ही नहीं है हमें जंग की, नहीं तो दुश्मन के चमन की मट्टी तक उड़ा सकते हैं हम। ये बचन महाराज जी ने उस वेले बख्शिया सी कि इस तरह असी कर सकते हाँ। इत्थे बचन आ गया है गुरु गोबिंद सिंह पातशाह महाराज साहब जी क्यों नहीं करामात वरताउंदे पे। भाई संतोख सिंह जी कहते उहदा कारण ये है कि महाराज साहब जी अकाल पुरख के हुक्म दे विच ये सब कुछ क्रिया करते पे। ऐसा महाराज परमेश्वर का भी भय रखते हैं। हुक्म अकाल पुरख को मानत, अकाल पुरख का ऐसा हुक्म मनते हैं। करामात कल काल, ये जिहड़ी कलयुग दे विच करामात है ना, इनू कहर दा नाम दे के महाराज ने रोकिया है। नह दिखावनी नीकी मन ये है, चंगी नहीं समझी। नाटक चेटक किए कुकाजा प्रभ लोगन कह आवत लाजा। ये बचन भी लिखिया 10वें पातशाह ने। नाटक करने, जादू टूने करने, करामाता करनियां, रब दे प्यारिਆਂ ਨੂੰ ਇਹਨਾਂ ਗੱਲਾਂ ਵੱਲੋਂ ਲਾਜ ਆਉਂਦੀ ਹੈ ਵੀ ਇਹ ਕੰਮ ਨਹੀਂ ਕਰਨਾ ਚਾਹੀਦਾ ਹੈ।
ਇਸ ਤਰ੍ਹਾਂ ਕਰਾਮਾਤ ਦੇ ਉੱਪਰ ਪਹਿਰਾ ਦੇ ਕੇ ਰੱਖਦੇ ਹਨ। ਰਾਖਨ ਗੋਪ ਵਿਸਾਲਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਹੁਤ ਬਚਨ ਗੁਪਤ ਵੀ ਰੱਖਦੇ ਨੇ। ਗੁਪਤ ਰੱਖੀਆਂ ਸ਼ਕਤੀਆਂ ਕਦੇ ਉਹਨਾਂ ਨੂੰ ਪ੍ਰਗਟ ਨਹੀਂ ਕਰਦੇ ਹਨ। 10,000 ਇੱਕ ਬਾਰ ਮਾਰ ਕਰੋ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਆਪਣੇ 9 ਟੰਕਾ ਧਨੁਖ ਦੇ ਵਿੱਚੋਂ ਇੱਕ ਤੀਰ ਚਲਾ ਕੇ ਤੇ 10,000 ਵੈਰੀ ਦੇ ਵਿੱਚੋਂ ਪਾਰ ਕੱਢਿਆ ਨਾ, ਜਦੋਂ ਐਸਾ ਜੰਗ ਲੜਿਆ ਪੁੰਨ ਨਾ ਕੀਨ ਦਲ ਨਾਸ਼ਾ। ਤੇ ਫਿਰ ਮਹਾਰਾਜ ਸਾਹਿਬ ਜੀਆਂ ਦੇ ਅੱਗੇ ਭਾਈ ਦਇਆ ਸਿੰਘ ਕਹਿਣ ਲੱਗ ਪਏ, ਮਹਾਰਾਜ ਦਇਆ ਕਰੋ, ਦਇਆ ਕਰੋ। ਇਹ ਬਚਨ ਸੁਣਦਿਆਂ ਫਿਰ ਮਹਾਰਾਜ ਨੇ ਤੀਰ ਕਮਾਂਡ ਰੱਖ ਦਿੱਤਾ ਗੜੀ ਦੀ ਛੱਤ ਦੇ ਉੱਪਰ। ਕਹਿਣ ਲੱਗੇ ਚਲੋ ਫਿਰ ਦਇਆ ਸਿੰਘ, ਸਾਨੂੰ ਵੀ ਅਕਾਲ ਪੁਰਖ ਦਾ ਹੁਕਮ ਨਹੀਂ ਹੈ ਐਸਾ ਭਿਅੰਕਰ ਜੰਗ ਕਰਨ ਦਾ, ਤੁਸੀਂ ਵੀ ਇਹ ਬਚਨ ਕਰਦੇ ਪਏ ਹੋ, ਚਲੋ ਤੁਹਾਡਾ ਬਚਨ ਮੰਨਦੇ ਆ, ਹੁਣ ਅਸੀਂ ਤੀਰ ਨਹੀਂ ਚਲਾਵਾਂਗੇ, ਇਹਨਾਂ ਨੂੰ ਮਾਰਾਂਗੇ ਨਹੀਂ। ਇਸ ਤਰ੍ਹਾਂ ਕਹਿ ਕੇ ਆਪਣਾ ਧਨੁਖ ਰੱਖਿਆ ਹੈ। ਰਾਗ ਦਵੈਖ ਤੇ ਹਰਖਨ ਸ਼ੋਕ। ਕਿਉਂਕਿ ਮਹਾਰਾਜ ਦੇ ਮਨ ਵਿੱਚ ਰਾਗ ਤੇ ਦਵੈਖ ਨਹੀਂ ਹੈ। ਰਾਗ ਨਾਮ ਹੈ ਗੁਰਮੁਖੋ ਮੋਹ ਦਾ, ਮੋਹ ਨਹੀਂ ਹੈ। ਪੁੱਤਰ ਸ਼ਹੀਦ ਹੁੰਦੇ ਪਏ ਨਾ ਸਾਹਮਣੇ। ਬਾਬਾ ਅਜੀਤ ਸਿੰਘ ਸ਼ਹਾਦਤ ਪ੍ਰਾਪਤ ਕਰ ਗਿਆ, ਜੁਝਾਰ ਸਿੰਘ ਸ਼ਹਾਦਤ ਪ੍ਰਾਪਤ ਕਰ ਗਏ, ਜਾਨ ਤੋਂ ਪਿਆਰੇ ਸਿੰਘ ਸ਼ਹੀਦੀ ਪਾ ਗਏ ਤੇ ਮਹਾਰਾਜ ਜਕਾਰਾ ਛੱਡਦੇ ਪਏ, ਅਕਾਲ ਪੁਰਖ ਦਾ ਧੰਨਵਾਦ ਕਰਦੇ ਪਏ। ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਇਸ ਤਰ੍ਹਾਂ ਮਹਾਰਾਜ ਮੋਹ ਵਿੱਚ ਵੀ ਨਹੀਂ ਪੈਂਦੇ ਤੇ ਦਵੈਸ਼ ਨਾਮ ਗੁਰਮੁਖੋ ਈਰਖਾ ਦਾ, ਈਰਖਾ ਵਿੱਚ ਵੀ ਨਹੀਂ ਪੈਂਦੇ। ਜਾਣ ਬੁੱਝ ਕੇ ਨਹੀਂ ਵੀ ਈਰਖਾ ਵਿੱਚ ਆ ਕੇ ਜਾਣ ਬੁੱਝ ਕੇ ਮਾਰਦੇ ਪਏ। ਉਹਨਾਂ ਨੂੰ ਹੀ ਮਾਰਿਆ ਹੈ ਜਿਹੜੇ ਭੱਜ ਕੇ ਗੜੀ ਵੱਲ ਆਏ, ਜਿਹੜੇ ਬਾਹਰ ਦੂਰ ਬੈਠੇ ਨਾ ਘੇਰਾ ਪਾ ਕੇ, ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੁਝ ਨਹੀਂ ਕਹਿੰਦੇ ਪਏ, ਪਰ ਜਿਹੜੇ ਗੜੀ ਵੱਲ ਭੱਜ ਕੇ ਆਉਂਦੇ ਉਹੀ ਸਜ਼ਾ ਪਾਉਂਦੇ। ਉਹਨਾਂ ਦੇ ਮਨ ਵਿੱਚ ਕਿਸੇ ਦੇ ਪ੍ਰਤੀ ਕੋਈ ਦਵੈਸ਼ ਨਹੀਂ, ਈਰਖਾ ਨਹੀਂ ਹੈ। ਹਰਖ ਨਾ ਸੋਕਾ, ਪਦਾਰਥ ਆਉਣ ਦੇ ਨਾਲ ਕੋਈ ਖੁਸ਼ੀ ਨਹੀਂ ਹੈ। ਬੜੇ ਬੜੇ ਮਹਾਰਾਜ ਦੇ ਸ਼ਰਧਾਲੂਆਂ ਨੇ 2.5 ਲੱਖ ਦੀ ਚਾਂਦਨੀ ਲਿਆ ਕੇ ਭੇਟ ਕੀਤੀ। ਪਦਾਰਥ ਆਉਣ ਦੇ ਨਾਲ ਕੋਈ ਪ੍ਰਸੰਨਤਾ ਨਹੀਂ ਹੈ ਤੇ ਜਾਣ ਦੇ ਨਾਲ ਕੋਈ ਗਮ ਨਹੀਂ ਹੈ। ਪ੍ਰਸਾਦੀ ਹਾਥੀ ਚਲਾ ਗਿਆ, ਅਨੰਦਪੁਰ ਸਾਹਿਬ ਚਲਾ ਗਿਆ, ਘੋੜੇ ਜਿਹੜੇ ਨੇ ਮੌਤ ਨੂੰ ਪ੍ਰਾਪਤ ਹੋ ਗਏ, ਸਿੰਘ ਸ਼ਹਾਦਤਾਂ ਪ੍ਰਾਪਤ ਕਰ ਗਏ, ਪੁੱਤਰ ਵੀ ਸ਼ਹੀਦੀ ਪਾ ਗਏ, ਪਰ ਸਭ ਕੁਝ ਜਾਣ ਤੋਂ ਬਾਅਦ ਵਿੱਚ ਵੀ ਸ਼ੋਕ ਕੋਈ ਨਹੀਂ ਹੈ। ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਐਸੇ ਬਚਨ ਕਰਦੇ ਮਹਾਰਾਜ। ਇਹਨਾਂ ਚੀਜ਼ਾਂ ਤੋਂ ਉਪਰਾਮ ਹਨ। ਮਨ ਸਮਤਾ ਜਿਸ ਬਾਸਾ। ਕਿਉਂਕਿ ਸਤਿਗੁਰਾਂ ਦਾ ਮਨ ਹਰ ਵੇਲੇ ਬਰਾਬਰ ਰਹਿੰਦਾ ਹੈ, ਨਾ ਮੋਹ ਹੈ ਨਾ ਈਰਖਾ ਹੈ, ਨਾ ਖੁਸ਼ੀ ਹੈ ਨਾ ਗਮੀ ਹੈ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਪੁੱਛਿਆ ਨਾ ਸਿੱਖਾਂ ਨੇ, ਮਹਾਰਾਜ ਸੰਸਾਰ ਵਿੱਚ ਮੁਕਤ ਕੌਣ ਹੈ? ਮਹਾਰਾਜ ਕਹਿਣ ਲੱਗੇ ਇਸ ਤਰ੍ਹਾਂ ਦਾ ਵਿਅਕਤੀ ਮੁਕਤ ਹੁੰਦਾ ਹੈ। ਮੁਕਤ ਤਾਹੇ ਤੁਮ ਜਾਣੋ, ਉਹਨੂੰ ਮੁਕਤ ਜਾਣ ਲਓ ਜਿਹੜਾ ਦੁੱਖ ਦੇ ਵਿੱਚ ਦੁਖੀ ਨਹੀਂ, ਸੁਖ ਦੇ ਵਿੱਚ ਪੈ ਕੇ ਰੱਬ ਨੂੰ ਨਹੀਂ ਭੁੱਲਦਾ। ਜੋ ਨਰ ਦੁਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾ ਕੇ, ਜਿਹਦੇ ਮਨ ਵਿੱਚ ਕਿਸੇ ਦਾ ਡਰ ਨਹੀਂ ਹੈ ਰੱਬ ਤੋਂ ਬਿਨਾਂ। ਕੰਚਨ ਮਾਟੀ ਮਾਨੈ, ਕੰਚਨ ਸੋਨਾ, ਮਿੱਟੀ, ਮਿੱਟੀ ਸੋਨੇ ਨੂੰ ਬਰਾਬਰ ਜਾਣ, ਉਹਨੂੰ ਮੁਕਤ ਜਾਣੋ। ਉਹ ਅਵਸਥਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਹੈ। ਸਭ ਕੁਟੰਬ ਤੇ ਭਏ ਨਿਰਾਲਮ। ਇਸ ਵੇਲੇ ਮਹਾਰਾਜ ਦੇ ਨਾਲ ਪਰਿਵਾਰ ਦਾ ਕੋਈ ਮੈਂਬਰ ਨਹੀਂ ਹੈ। ਗੁਰਮੁਖੋ ਆਪਾਂ ਜੇ ਆਪਣਾ ਵਿਚਾਰ ਬਣਾਈਏ, ਆਪਣੇ ਮਨ ਦੇ ਵਿੱਚ ਸੋਚ ਕੇ ਵੇਖੀਏ ਵੀ ਇਸ ਵੇਲੇ ਮਹਾਰਾਜ ਦੇ ਨਾਲ ਪਰਿਵਾਰ ਦਾ ਕੋਈ ਮੈਂਬਰ ਨਹੀਂ ਹੈ। 4 ਪੁੱਤਰ ਨੇ ਤੇ ਉਸ ਵੇਲੇ 2 ਮਾਤਾਵਾਂ ਨੇ, ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ, ਤੇ ਮਹਾਰਾਜ ਜੀਆਂ ਦੀ ਆਪਣੀ ਮਾਤਾ ਗੁਜਰੀ ਜੀ। ਇੰਨੇ ਪਰਿਵਾਰ ਦੇ ਮੈਂਬਰ ਨੇ, ਪਰ ਇਸ ਵੇਲੇ ਪੁੱਤਰ ਸ਼ਹਾਦਤ ਪ੍ਰਾਪਤ ਕਰ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕੋਲ ਇਸ ਵੇਲੇ ਪਰਿਵਾਰ ਦਾ ਕੋਈ ਮੈਂਬਰ ਨਹੀਂ, ਸਾਰੇ ਮੈਂਬਰ ਇੱਧਰ ਉੱਧਰ ਚਲੇ ਗਏ। ਦੁਨੀਆ ਦੇ ਵਿੱਚ ਨਿੱਕਾ ਜਿਹਾ ਘਾਟਾ ਸੰਸਾਰ ਪਰਿਵਾਰ ਵਿੱਚ ਪੈ ਜਾਵੇ ਤੇ ਵਿਅਕਤੀ ਆਪਣਾ ਹੋਸ਼ੋ ਹਵਾਸ ਖੋ ਬੈਠਦਾ ਹੈ। ਮਹਾਰਾਜ ਦਾ ਕੈਸਾ ਜਿਗਰਾ ਹੈ। ਉਹਨਾਂ ਨੇ ਬਚਨ ਵੀ ਲਿਖਿਆ, ਕਹਿਣ ਲੱਗੇ ਢਹਿੰਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ, ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ। ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ, ਸਮਾਂ ਗੁਜਰਿਆ ਜਿਵੇਂ ਗੁਜ਼ਾਰਿਆ ਮੈਂ। 4 ਪੁੱਤ ਸਨ ਬਖਸ਼ੇ ਪਰਮਾਤਮਾ ਨੇ, ਜੋੜਾ ਜੋੜਾ ਕਰਕੇ ਉਹ ਵੀ ਵਾਰਿਆ ਮੈਂ। ਮੈਨੂੰ ਮਤ ਸ਼ਹਿਨਸ਼ਾਹ ਕਹੋ, ਸਿੱਖੋ ਕਿਸ਼ਤਾਂ ਨਾਲ ਕਰਜ਼ਾ ਉਤਾਰਿਆ ਮੈਂ। ਸਤਿ ਸ਼੍ਰੀ ਅਕਾਲ। ਸਭ ਕੁਝ ਆਪਣੇ ਪਰਿਵਾਰ ਦਾ ਵਾਰ ਕੇ ਤੇ ਫਿਰ ਵੀ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਪ੍ਰਮਾਤਮਾ ਦਾ ਭਾਣਾ ਹੈ, ਉਹਦਾ ਸ਼ੁਕਰ ਹੈ। ਐਸੇ ਮਹਾਰਾਜ ਜੀ ਸਮਰੱਥ ਹਨ। ਸਭ ਕੁਟੰਬ ਤੇ ਭਏ ਨਿਰਾਲਮ। ਇਸ ਵੇਲੇ ਸਾਰੇ ਪਰਿਵਾਰ ਤੋਂ ਵੱਖਰੇ ਨੇ, ਕੋਈ ਪਰਿਵਾਰ ਦਾ ਮੈਂਬਰ
ਜਦੋਂ ਕਿਸੇ ਬੰਦੇ ਤੇ ਮੁਸੀਬਤ ਦੁੱਖ ਪੈ ਜਾਵੇ ਉਦੋਂ ਸਭ ਤੋਂ ਲੋੜ ਉਹਨੂੰ ਆਪਣੇ ਮੈਂਬਰਾਂ ਦੀ ਹੁੰਦੀ ਹੈ। ਆਪਣਿਆਂ ਦੇ ਨਾਲ ਹੀ ਬੰਦਾ ਦੁੱਖ ਸੁੱਖ ਸਾਂਝਾ ਕਰਦਾ, ਪਰ ਐਸੇ ਸਮੇਂ ਵਿੱਚ ਕੋਈ ਵੀ ਮੈਂਬਰ ਕੋਲ ਨਹੀਂ ਹੈ। ਸ਼ੋਕ ਨ ਲੇਸ਼ ਉਪਾਵਾ, ਪਰ ਮਹਾਰਾਜ ਦੇ ਮਨ ਵਿੱਚ ਕੋਈ ਸ਼ੋਕ ਨਹੀਂ ਹੈ, ਕਿਸੇ ਵੀ ਤਰ੍ਹਾਂ ਦਾ ਕੋਈ ਗਮ ਨਹੀਂ ਹੈ, ਕੋਈ ਚਿੰਤਾ ਨਹੀਂ ਹੈ ਵੀ ਪੁੱਤਰ ਸ਼ਹੀਦ ਹੋ ਗਏ, ਸਿੰਘ ਸ਼ਹਾਦਤ ਪ੍ਰਾਪਤ ਕਰ ਗਏ, ਅਨੰਦਪੁਰ ਸਾਹਿਬ ਛੱਡ ਬੈਠੇ ਆ। ਇੰਨਾ ਕੁਝ ਹੋਣ ਤੋਂ ਬਾਵਜੂਦ ਵੀ ਕਿਸੇ ਤਰ੍ਹਾਂ ਦਾ ਕੋਈ ਸ਼ੋਕ ਨਹੀਂ। ਇਹਨੂੰ ਬ੍ਰਹਮ ਗਿਆਨ ਦੀ ਅਵਸਥਾ ਕਹਿੰਦੇ, ਸਾਰਿਆਂ ਨੂੰ ਪ੍ਰਾਪਤ ਨਹੀਂ ਹੁੰਦੀ ਹੈ। ਐਸੀ ਅਵਸਥਾ ਦੇ ਮਾਲਕ ਹਨ। ਸਰਬ ਕਲਾ ਸਮਰੱਥ ਗੁਰ ਪੂਰਨ, ਸਤਿਗੁਰੂ ਪਾਤਸ਼ਾਹ ਜੀ ਸਰਬ ਕਲਾ ਸਮਰੱਥ ਨੇ ਤੇ ਪੂਰੇ ਗੁਰੂ ਨੇ। ਗੁਰੂ ਤੇ ਦੁਨੀਆ ਵਿੱਚ ਬੜੇ ਨੇ, ਪਰ ਬਹੁਤੇ ਅਧੂਰੇ ਨੇ, ਜਿਹੜੇ ਸੰਸਾਰ ਦੇ ਚੱਕਰ ਵਿੱਚ ਪੈ ਕੇ ਰੋਂਦੇ ਪਏ। ਪਰ ਸਤਿਗੁਰੂ ਪੂਰਨ ਨੇ, ਜਿਨ੍ਹਾਂ ਵਰਗਾ ਕੋਈ ਨਹੀਂ ਹੈ। ਚਾਹੇ ਸੋਲੇਹ ਬਨਾਵਾ, ਮਹਾਰਾਜ ਜੋ ਚਾਹੁੰਦੇ ਉਹ ਕਰ ਵੀ ਸਕਦੇ। ਜੇ ਚਾਹੁੰਦੇ ਨਾ ਵੀ ਅਨੰਦਪੁਰ ਸਾਹਿਬ ਨਹੀਂ ਛੱਡਣਾ। ਇਤਿਹਾਸ ਦੇ ਵਿੱਚ ਬਚਨ ਆਇਆ ਸੀ ਵੀ ਇੱਕ ਸਿੱਖ ਨੇ ਮਹਾਰਾਜ ਜੀਆਂ ਨੂੰ ਪਾਰਸ ਭੇਟ ਕੀਤਾ। ਉਹਦੀ ਵਿਚਾਰ ਇਹ ਸੀ ਵੀ ਮਹਾਰਾਜ ਦੇ ਕੋਲ ਖਾਣ ਨੂੰ ਰਾਸ਼ਨ ਨਹੀਂ ਹੈ, ਇਹ ਪਾਰਸ ਲੈ ਲੈਣਗੇ ਤੇ ਮਹਾਰਾਜ ਸਮਾਨ ਖਰੀਦ ਲਿਆਉਣਗੇ ਤੇ ਲੰਗਰ ਛਕ ਲੈਣਗੇ। ਮਹਾਰਾਜ ਨੇ ਉਹਦਾ ਪਾਰਸ ਫੜਿਆ ਤੇ ਚੁੱਕ ਕੇ ਪਾਣੀ ਵਿੱਚ ਸੁੱਟਿਆ। ਸਿੱਖ ਮਨ ਵਿੱਚ ਪਛਤਾਉਣ ਲੱਗ ਪਿਆ ਮਹਾਰਾਜ ਨੂੰ, ਤੇ ਇਹ ਪਾਰਸ ਨਹੀਂ ਸੀ ਸੁੱਟਣਾ ਚਾਹੀਦਾ, ਮੇਰੇ ਕੰਮੋਂ ਵੀ ਗਵਾਇਆ, ਆਪ ਵੀ ਨਹੀਂ ਵਰਤਿਆ। ਸਤਿਗੁਰੂ ਉਹਦਾ ਝੋਰਾ ਵੇਖ ਕੇ ਨਾ, ਚਿੰਤਾ ਵੇਖ ਕੇ ਕਹਿਣ ਲੱਗੇ, ਸਿੱਖਾ ਚਿੰਤਾ ਨਾ ਕਰ, ਗੁਰੂ ਦਾ ਸਰੀਰ ਹੀ ਪਾਰਸ ਹੁੰਦਾ। ਜਦੋਂ ਇਹ ਬਚਨ ਆਖਿਆ ਤੇ ਉਹ ਸੋਚਦਾ ਪਿਆ ਵੀ ਜੇ ਗੁਰੂ ਦਾ ਸਰੀਰ ਪਾਰਸ ਹੈ ਫਿਰ ਗੁਰੂ ਸੋਨਾ ਕਿਉਂ ਨਹੀਂ ਬਣਾ ਲੈਂਦਾ। ਸੋਚਦਾ ਤੇ ਮਨ ਵਿੱਚ ਹੀ ਪਿਆ, ਪਰ ਮਹਾਰਾਜ ਘਟ ਕੇ ਅੰਤਰ ਕੀ ਜਾਣ ਬੁੱਝ ਕੇ ਮਹਾਰਾਜ ਉੱਠ ਪਏ। ਸੰਗਤ ਨੂੰ ਆਖਿਆ ਬੈਠੇ ਰਹੋ, ਉੱਠ ਕੇ ਆ ਬਾਹਰ ਚਲੇ ਗਏ। ਸਰੀਰ ਦੀ ਕਿਰਿਆ ਕੀਤੀ ਹੈ। ਉਸੇ ਸਿੱਖ ਨੂੰ ਬੁਲਾਇਆ। ਮਹਾਰਾਜ ਕਹਿੰਦੇ ਜਾਓ ਪਾਣੀ ਦਾ ਗੜਵਾ ਲਿਆਓ, ਹੱਥ ਸੁੱਚੇ ਕਰੀਏ। ਪਾਣੀ ਦਾ ਗੜਵਾ ਲੈ ਕੇ ਪਹੁੰਚਿਆ। ਜਦੋਂ ਮਹਾਰਾਜ ਦੇ ਹੱਥਾਂ ਤੇ ਪਾਣੀ ਪਾਇਆ ਨਾ, ਹੱਥ ਸੁੱਚੇ ਕਰਾਉਣ ਵਾਸਤੇ, ਹੱਥਾਂ ਨੂੰ ਛੂਹ ਕੇ ਜਦੋਂ ਪਾਣੀ ਧਰਤੀ ਤੇ ਡਿੱਗਾ, ਤੇ ਜਿਹੜਾ ਸਿੱਖ ਆਖਦਾ ਸੀ ਨਾ ਮਹਾਰਾਜ ਨੇ ਪਾਰਸ ਸੁੱਟਿਆ, ਮੇਰੇ ਕੰਮੋਂ ਵੀ ਗਵਾਇਆ ਤੇ ਆਪ ਵੀ ਨਹੀਂ ਵਰਤਿਆ, ਕੀ ਵੇਖਦਾ ਪਿਆ, ਜਿੱਥੇ ਜਿੱਥੇ ਪਾਣੀ ਦੀਆਂ ਬੂੰਦਾਂ ਡੁੱਲੀਆਂ ਉਹ ਮਿੱਟੀ ਜਿਹੜੀ ਹੈ ਉੱਥੋਂ ਸੋਨਾ ਬਣ ਗਈ ਹੈ, ਚਮਕਣ ਲੱਗ ਪਈ। ਸਤਿ ਸ਼੍ਰੀ ਅਕਾਲ। ਮਿੱਟੀ ਚਮਕਦੀ ਪਈ ਹੈ। ਮਹਾਰਾਜ ਨੇ ਸਮਝਾਇਆ, ਕਹਿਣ ਲੱਗੇ ਤੂੰ ਝੋਰਾ ਕਰਦਾ ਸੀ, ਤੈਨੂੰ ਆਖਿਆ ਗੁਰੂ ਦਾ ਸਰੀਰ ਹੀ ਪਾਰਸ ਹੈ, ਸਾਨੂੰ ਇਹਨਾਂ ਵੱਟਿਆਂ ਦੀ ਲੋੜ ਨਹੀਂ ਹੈ। ਉਹਦੇ ਮਨ ਵਿੱਚ ਫਿਰ ਇਹ ਗੱਲ ਆ ਗਈ ਵੀ ਗੁਰੂ ਦੇ ਕੋਲ ਤੇ ਚਲੋ ਹੈ, ਜਿੰਨਾ ਮਰਜ਼ੀ ਸੋਨਾ ਚਾਂਦੀ ਪੈਦਾ ਕਰੇ, ਮੇਰਾ ਤੇ ਕੰਮ ਖਰਾਬ ਹੋ ਗਿਆ, ਮੇਰਾ ਤੇ ਪਾਰਸ ਗਿਆ। ਮਹਾਰਾਜ ਨੇ ਵੇਖਿਆ ਵੀ ਅਜੇ ਵੀ ਇਹ ਮਨੋਂ ਨਹੀਂ ਲਾਉਂਦਾ ਪਿਆ ਗੱਲ। ਕਹਿਣ ਲੱਗੇ ਜਾ ਫਿਰ ਸਤਲੁਜ ਦਰਿਆ 'ਚ ਵੜ ਜਾ, ਕੱਢ ਲਿਆ ਤੈਨੂੰ ਆਪਣਾ ਪਾਰਸ ਚਾਹੀਦਾ। ਛੇਤੀ ਨਾਲ ਦਰਿਆ ਵਿੱਚ ਵੜਿਆ, ਟੁੱਬੀ ਮਾਰੀ, ਕੀ ਵੇਖਦਾ ਦਰਿਆ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਪਾਰਸ, ਹੀਰੇ ਮੋਤੀ ਜਵਾਹਰਾਤ ਲਾਲ ਇੰਨੇ ਬੇਸ਼ੁਮਾਰ ਬੇਕੀਮਤੀ ਪਏ ਹੋਏ, ਵੇਖ ਕੇ ਹੈਰਾਨ ਹੋ ਗਿਆ। ਜਾਣਿਆ ਮਹਾਰਾਜ ਦਾ ਕੌਤਕ ਹੈ। ਸੋ ਬਚਨ ਇਹ ਹੈ, ਪਾਤਸ਼ਾਹ ਜੋ ਚਾਹੁਣ ਉਹ ਕਰ ਸਕਦੇ। ਜੇ ਚਾਹੁੰਦੇ ਅਨੰਦਪੁਰ ਸਾਹਿਬ ਦੇ ਵਿੱਚ ਕਿਹੜਾ ਰਾਸ਼ਨ ਦੀ ਕਮੀ ਹੋ ਸਕਦੀ ਹੈ। ਜਿਨ੍ਹਾਂ ਦਾ ਨਾਮ ਲੈ ਕੇ ਹੀ ਪਦਾਰਥ ਮਿਲ ਜਾਂਦੇ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਇ, ਤੇ ਫਿਰ ਉਹਨਾਂ ਦੇ ਘਰ ਵਿੱਚ ਘਾਟਾ ਕਿਵੇਂ ਹੋਵੇ। ਪਰ ਇਹ ਮਹਾਰਾਜ ਜਾਣ ਬੁੱਝ ਕੇ ਸਾਰੀ ਖੇਡ ਵਰਤਾਉਂਦੇ ਪਏ। ਪਰ ਸਮਰੱਥ ਨੇ, ਜੋ ਚਾਹੁਣ ਉਹ ਕਰ ਸਕਦੇ ਹਨ। ਅਜ਼ਰ ਜਰਨ ਅਰ ਗੁਰਬਿਨ ਕਿਸਮੈ, ਸਤਿਗੁਰੂ ਪਾਤਸ਼ਾਹ ਜੀ ਅਜਰ ਸ਼ਕਤੀਆਂ ਨੂੰ ਜਰ ਲੈਂਦੇ। ਇਹ ਗੁਰੂ ਤੋਂ ਬਿਨਾਂ ਕਿਸੇ ਵਿੱਚ ਕੋਈ ਦਾਤ ਨਹੀਂ ਹੈ। ਦੁਨੀਆ ਦੇ ਵਿੱਚ ਮਾੜੀ ਜੀ ਉਂਗਲ ਲਾ ਦਿਓ ਨਾ ਕਿਸੇ ਦੇ ਨਾਲ, ਆਖਿਆ ਮੋਢਾ ਹੀ ਲੱਗ ਜਾਵੇ ਤੇ ਅਗਲਾ ਗੱਲ ਪੈਂਦਾ ਅੱਗੋਂ ਵੀ ਤੂੰ ਕੌਣ ਹੁੰਦਾ ਮੇਰੇ ਨਾਲ ਮੋਢਾ ਲਾਇਆ। ਜਰ ਸ਼ਕਤੀ ਖਤਮ ਹੋ ਗਈ ਹੈ, ਸਹਿਣਸ਼ੀਲਤਾ ਖਤਮ ਹੋ ਗਈ ਹੈ। ਦੂਜੇ ਪਾਸੇ ਗੁਰੂ ਦਾ ਜੀਵਨ ਪੜ੍ਹ ਕੇ ਵੇਖਿਓ, 84-85 ਸਾਲ ਦੀ ਉਮਰ ਦੇ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜਦੋਂ ਗੋਇੰਦਵਾਲ ਬੈਠੇ ਆਪਣੇ ਆਸਣ ਦੇ ਉੱਪਰ, ਤੇ ਨੌਜਵਾਨ ਬਾਬਾ ਦਾਤੂ ਜੀਆਂ ਨੇ ਆ ਕੇ ਮਹਾਰਾਜ ਦੀ ਛਾਤੀ ਦੇ ਵਿੱਚ ਲੱਤ ਮਾਰੀ ਹੈ, ਸਿੱਧਾ ਸੀਨੇ ਦੇ ਵਿੱਚ ਆ ਕੇ ਪੈਰ ਮਾਰਿਆ। ਮਹਾਰਾਜ ਡਿੱਗ ਪਏ ਆਪਣੇ ਆਸਣ ਤੋਂ ਥੱਲੇ। ਡਿੱਗਦਿਆਂ ਸਾਰੀ ਆਪਣੇ ਸਰੀਰ ਨੂੰ 84-85 ਸਾਲ ਦੀ ਉਮਰਾਂ ਵਿੱਚ ਸੰਭਾਲ ਕੇ ਬਾਬਾ ਦਾਤੂ ਜੀ ਦੇ ਚਰਨ ਫੜ ਕੇ ਨੱਪਣ ਲੱਗ ਪਿਆ, ਘੁੱਟਣ ਲੱਗ ਪਿਆ। ਕਹਿਣ ਲੱਗੇ ਬੜਾ ਹੀ ਚੰਗਾ ਕੀਤਾ, ਸਾਨੂੰ ਲੱਤ ਮਾਰ ਕੇ ਸਾਡੀ ਔਕਾਤ ਯਾਦ ਕਰਵਾਈ ਹੈ। ਤੁਹਾਡੇ ਵਰਗੇ ਮਹਾਂਪੁਰਖਾਂ ਨੂੰ ਆਉਂਦਿਆਂ ਵੇਖ ਕੇ ਸਾਨੂੰ ਉੱਠ ਪੈਣਾ ਚਾਹੀਦਾ ਸੀ।
ਸਤ ਅਸੀਂ ਨਹੀਂ ਉੱਠੇ, ਇਹ ਸਾਨੂੰ ਸਜ਼ਾ ਦਿੱਤੀ ਹੈ। ਬਾਬਾ ਦਾਤੂ ਜੀ ਬੜਾ ਚੰਗਾ ਕੀਤਾ, ਇਹ ਗੁਰੂ ਦੀ ਅਜਰ ਸ਼ਕਤੀ ਹੈ। ਇੰਨਾ ਕੁਝ ਹੋ ਗਿਆ ਫਿਰ ਵੀ ਚਰਨ ਫੜ ਕੇ ਘੁੱਟੇ। ਸੰਸਾਰ ਦੇ ਵਿੱਚ ਵਿਚਰਦਿਆਂ ਕਦੇ ਇਹੋ ਜਿਹਾ ਕੰਮ ਕਿਸੇ ਤੋਂ ਹੋ ਜਾਵੇ ਤੇ ਫਿਰ ਪਤਾ ਲੱਗਦਾ ਵੀ ਉਹਦਾ ਅੱਗੇ ਕੀ ਫਲ ਮਿਲਦਾ। ਇਹ ਗੁਰੂ ਦੀ ਸਮਰੱਥਾ ਹੈ। ਜਿਨ੍ਹਾਂ ਦੇ ਮੁਖੋਂ ਇੱਕ ਬਚਨ ਨਿਕਲਿਆ, ਜਦੋਂ ਮਹਾਰਾਜ ਸਾਹਿਬ ਜੀ ਦੇ ਚਰਨਾਂ ਨੂੰ ਕਿੱਲਾ ਲੱਗਾ, ਮਹਾਰਾਜ ਡਿੱਗ ਪਏ। ਉਥੇ ਇੱਕ ਜਲਾਏ ਦਾ ਘਰ ਹੈ ਤੇ ਉਹਦੀ ਘਰਵਾਲੀ ਨੇ ਆਖਿਆ ਮਹਾਰਾਜ ਦਾ ਅੱਧਾ ਨਾਂ ਲੈ ਕੇ ਕਿ ਇਹ ਤੇ ਉਹ ਨੇ ਜਿਹੜੇ ਰਾਤ ਨੂੰ ਤੁਰੇ ਫਿਰਦੇ ਕੁੜਮਾਂ ਦਾ ਪਾਣੀ ਭਰਦੇ ਪਏ। ਤੇ ਸੁਭਾਵਕ ਹੀ ਡਿੱਗੇ ਹੋਇਆ ਬਚਨ ਨਿਕਲ ਗਿਆ। ਕਹਿਣ ਲੱਗੇ ਕਮਲੀਏ, ਮੈਂ ਨਥਾਵਾਂ ਨਹੀਂ ਹਾਂ, ਮੈਂ ਤੇ ਨਥਾਵਿਆਂ ਦੇ ਥਾਵ ਗੁਰੂ ਅੰਗਦ ਦੇ ਪਾਤਸ਼ਾਹ ਦੇ ਘਰ ਦਾ ਸੇਵਕ ਹਾਂ। ਇੰਨਾ ਹੀ ਬਚਨ ਕੀਤਾ ਵੀ ਕਮਲੀਏ, ਬਚਨ ਕਹਿੰਦਿਆਂ ਨਾਲ ਹੀ ਉਹ ਕਮਲੀ ਹੋ ਗਈ ਉਸੇ ਵੇਲੇ। ਇੰਨੀ ਸਮਰੱਥਾ ਹੈ ਉਹਨਾਂ ਦੇ ਬਚਨਾਂ ਦੇ ਵਿੱਚ। ਪਰ ਬਾਬਾ ਦਾਤੂ ਜੀ ਲੱਤ ਮਾਰਦੇ ਤੇ ਮਹਾਰਾਜ ਸਾਹਿਬ ਜੀ ਚੁੱਪ ਕਰਕੇ ਉਹਨਾਂ ਦੇ ਚਰਨ ਘੁੱਟ ਕੇ ਸ਼ਿਮਾ ਹੀ ਕਰ ਦਿੰਦੇ। ਐਸੀਆਂ ਅਜਰ ਬਾਤਾਂ ਜਿਹੜੀਆਂ ਉਹ ਗੁਰੂ ਵਿੱਚ ਹੋ ਸਕਦੀਆਂ, ਸੰਸਾਰੀ ਲੋਕਾਂ ਵਿੱਚ ਨਹੀਂ। ਐਸੇ ਅਜਰ ਸ਼ਕਤੀ ਦੇ ਮਾਲਕ ਹਨ। ਸ਼ਿਮਾ ਧਰਮ ਅਪਰਾਧੂ। ਤੇ ਸਤਿਗੁਰੂ ਪਾਤਸ਼ਾਹ ਜੀ ਜਿਹੜਾ ਕੋਈ ਬੰਦਾ ਅਪਰਾਧ ਕਰਦਾ ਹੈ ਉਹਨੂੰ ਸ਼ਿਮਾ ਵੀ ਕਰ ਦਿੰਦੇ, ਮਾਫ ਵੀ ਕਰ ਦਿੰਦੇ, ਝਾਟੀ ਮਾਫੀ ਦੇ ਦਿੰਦੇ। ਐਸੀ ਬਖਸ਼ਿਸ਼ ਕਰਦੇ ਹਨ। ਬ੍ਰਹਮ ਗਿਆਨ ਆਵਸ ਬਾਕੀ। ਗੁਰਮੁਖੋ, ਅਵਸਥਾ ਉਹਨਾਂ ਦੀ ਅਵਸਥਾ ਹੈ। ਬ੍ਰਹਮ ਗਿਆਨ ਅਵਸਥਾ ਕੀ ਗਤ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਐਸੇ ਨੇ ਜਿਹੜੇ ਬ੍ਰਹਮ ਗਿਆਨੀਆਂ ਨੂੰ ਬ੍ਰਹਮ ਗਿਆਨ ਦੇਣ ਵਾਲੇ ਨੇ। ਬ੍ਰਹਮ ਗਿਆਨ ਤੋਂ ਵੀ ਉੱਪਰ ਦੀ ਅਵਸਥਾ, ਕਿਉਂਕਿ ਨਿਰੰਕਾਰ ਨੇ, ਪਰਮੇਸ਼ਰ ਨੇ। ਐਸੇ ਸਮਰੱਥ ਨੇ ਜਿਹੜੇ ਪਾਤਸ਼ਾਹ ਜੀ ਬ੍ਰਹਮ ਗਿਆਨੀਆਂ ਨੂੰ ਬ੍ਰਹਮ ਗਿਆਨ ਬਖਸ਼ਿਸ਼ ਕਰਦੇ। ਕੱਲਾ ਗੁਰੂ ਨੂੰ ਗਿਆਨੀ ਜਾਂ ਬ੍ਰਹਮ ਗਿਆਨੀ ਕਹਿਣਾ ਇਹ ਪਾਪ ਹੈ। ਗੁਰੂ ਸਮਰੱਥ ਹੈ, ਗੁਰੂ ਪਰਮੇਸ਼ਰ ਹੈ। ਬਲਕਿ ਗੁਰੂ ਤੇ ਇਹ ਜਿਹੜੀ ਦਾਤ, ਇਹ ਪਦਵੀ ਸਗੋਂ ਦਿੰਦਾ ਹੈ ਆਪਣੇ ਸਿੱਖ ਨੂੰ। ਐਸਾ ਗੁਰੂ ਸਮਰੱਥ ਹੈ। ਅਵਸਥਾ ਕੀ ਗਤ ਦਿਖਰਾਈ ਸ਼ੁਭ ਐਸੀ ਸਾਧੂ। ਅਵਸਥਾ ਦੀ ਜਿਹੜੀ ਗਤ ਹੈ ਉਹ ਮਹਾਰਾਜ ਨੇ ਦਿਖਵਾਈ ਹੈ। ਜਿਹੜੀ ਗਤ ਸ਼ੁਭ ਸਾਧੂਆਂ ਨੂੰ ਪ੍ਰਾਪਤ ਹੁੰਦੀ ਹੈ, ਉਹ ਅਵਸਥਾ ਨੂੰ ਮਹਾਰਾਜ ਸਾਹਿਬ ਜੀ ਆਪ ਦੇਣ ਵਾਲੇ ਹਨ। ਧੰਨ ਧੰਨ ਸਤਿਗੁਰ ਕੀ ਮਹਿਮਾ। ਗੁਰਮੁਖੋ, ਗੁਰੂ ਦੀ ਮਹਿਮਾ ਧੰਨ ਹੈ, ਧੰਨ ਹੈ, ਧੰਨ ਹੈ। ਧੰਨ 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 ਜਾਣੇ ਆਇਆ ਜੇ ਪ੍ਰਸਾਦ ਸਭ ਜਗਤ ਉਤਰਾ। ਗੁਰੂ ਪਾਤਸ਼ਾਹ ਧੰਨ। ਤਿੰਨ ਧੰਨ ਜਿਨੇਂਦੀ ਮਾਓ ਆਏ ਸਫਲ ਸੇ। ਸਫਲ ਸੇ। ਮਾਤਾ ਵੀ ਧੰਨ, ਪਿਤਾ ਵੀ ਧੰਨ। ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ। ਆਏ ਸਾਰੇ ਹੀ ਧੰਨ ਨੇ ਭਾਈ, ਐਸੀ ਦਾਤ ਹੈ। ਧੰਨ ਧੰਨ ਸਤਿਗੁਰ ਕੀ ਮਹਿਮਾ, ਕੌਣ ਭੇਵ ਅਸ ਜਾਣੈ। ਗੁਰੂ ਦੇ ਭੇਦ ਨੂੰ ਕੋਈ ਜਾਣ ਨਹੀਂ ਸਕਦਾ। ਛਿਨਮੈ ਅਵਰ ਛਿਨਮੈ ਅਵਰਾ ਅਚਰਜ ਚਲਤ ਤੁਮਾਰੇ। ਮਹਾਰਾਜ ਦੇ ਕੌਤਕ ਨਹੀਂ ਜਾਣੇ ਜਾ ਸਕਦੇ, ਕੋਈ ਭੇਦ ਜਾਣ ਨਹੀਂ ਸਕਦਾ ਹੈ। ਸਰਬ ਗਿਆਨ ਕੀ ਗੂੜ ਵਾਰਤਾ। ਸਤਿਗੁਰੂ ਪਾਤਸ਼ਾਹ ਜੀ ਦੇ ਜਿਹੜੀਆਂ ਗੁਪਤ ਗੱਲਾਂ ਨੇ ਨਾ, ਜਿਹੜੀਆਂ ਬਹੁਤ ਗੁਪਤ ਗੱਲਾਂ ਕਿਸੇ ਨੂੰ ਨਹੀਂ ਪਤਾ, ਉਹ ਵੀ ਸਾਰੀਆਂ ਗੱਲਾਂ ਮਹਾਰਾਜ ਦੇ ਅੱਗੇ ਸਾਹਮਣੇ ਪ੍ਰਤਾਖੀ ਨੇ, ਸਭ ਕੁਝ ਜਾਣਦੇ ਹਨ। ਕਿਮ ਅਲ ਪੱਗ ਬਖਾਨੈ। ਤੇ ਅਲਪੱਗ ਜੀਵ ਕਿਵੇਂ ਕਹਿ ਸਕਦਾ? ਨਹੀਂ ਕਹਿ ਸਕਦਾ। ਆਪਾਂ ਅਲਪੱਗਾਂ, ਤੁੱਛ ਮਤ ਦੇ ਮਾਲਕਾਂ, ਅਸੀਂ ਮਹਾਰਾਜ ਦੀ ਮਹਿਮਾ ਨਹੀਂ ਕਹਿ ਸਕਦੇ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਗੁਣੀ ਨਿਧਾਨਾ। ਮਹਾਰਾਜ ਸਾਹਿਬ ਜੀ ਅਸੀਂ ਕੀ ਕਹਿ ਕੇ ਵਰਣਨ ਕਰੀਏ, ਕਰ ਹੀ ਨਹੀਂ ਸਕਦੇ। ਮਹਾਰਾਜ ਜੀਆਂ ਦੇ ਸਾਹਿਬਜ਼ਾਦੇ ਸ਼ਹਾਦਤ ਪ੍ਰਾਪਤ ਕਰ ਗਏ ਨੇ। ਹੁਣ ਖਾਲਸਾ ਪੰਥ ਕਿਵੇਂ ਬੇਨਤੀ ਕਰਦਾ, ਮਹਾਰਾਜ ਗੜੀ ਕਿਵੇਂ ਛੱਡਦੇ, ਉਹ ਆਪਾਂ ਕੱਲ ਨੂੰ ਇਤਿਹਾਸ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਪਾਸਪੋਰਟ ਤੇ ਆਧਾਰ ਕਾਰਡ ਲੈ ਕੇ ਦਫ਼ਤਰ। ਲੇਖਾ ਕਤਹਿ ਨ ਛੂਟੀਐ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸਾਧ ਸੰਗਤ ਜੀ, ਬੇਨਤੀ ਹੈ, ਜਿਵੇਂ ਆਪ ਸੰਗਤਾਂ ਨੂੰ ਪਤਾ ਹੀ ਹੈ ਕਿ ਆਪਣੇ ਗੁਰਦੁਆਰਾ ਸਾਹਿਬ ਤੋਂ ਜੋ ਬੱਸ ਯਾਤਰਾ ਨੂੰ ਜਾ ਰਹੀ ਹੈ ਸ੍ਰੀ ਕਰਤਾਰਪੁਰ ਸਾਹਿਬ 24